ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ हैं, DOT ਸੇਫਟੀ ਇੰਸਪੈਕਸ਼ਨਸ ਕਰਦੇ हैं। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ, ट्रांसमिशन, डिफरेंशियल ते क्लच जॉब्स, ऑयल चेंज, हर एक काम बड़ी तसल्ली नाल करते हैं जी। ये MPI अप्रूव्ड ने और हाँ ये सीजनल सर्विसेज भी प्रोवाइड करते हैं। 24 घंटे 7 दिन की सर्विसेज लई ते वधेरे जानकारी लई कॉल करो 204 459 2000 या फिर कॉल करो 204 777 0460। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। जी हाँ, ड्रीमलाइनर एक्सप्रेस कंपनी कैलगरी अल्बर्टा कैनेडा, जिन्हां नूं साफ सुथरे रिकॉर्ड ते 2 साल तजर्बे वाले ड्राइवर्स दी लोड़ है। इन्हां कोल कैलगरी अल्बर्टा तो कैलिफोर्निया ते एरिजोना दे सिद्धे रन। इन्हां कोल ड्राई ते रीफर लोड भी है। होम रिटर्न विद इन 5 days, बाई वीकली ते चंगी तनख्वाह दिंदे आ। और हाँ, सिंगल ते टीम्स दोनां नूं हायर करदे ने। वधेरे जानकारी लई कॉल 403 404 9501 403 404 9501। ड्रीमलाइनर एक्सप्रेस कंपनी कैलगरी अल्बर्टा कैनेडा। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktrucklube.com। QTL, because we care। ਹੁਣ ਟਰੱਕ ਚਲਾਉਣਾ ਸਿੱਖ ਕੇ ਕਰੋ ਕਮਾਈਆਂ। 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ, ਵਰਜੀਨੀਆ ਵਿਖੇ, ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ, ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 540 656 0985 ਤੇ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਜੀ। ਇਸ ਵਕਤ ਤੁਸੀਂ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਲਾਈਵ ਜੁੜੇ ਹੋਏ ਹੋ। ਕੱਲ੍ਹ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੈ। ਸੋ ਇਸ ਸੰਬੰਧ ਦੇ ਵਿੱਚ ਅਸੀਂ ਛੁੱਟੀ ਜਿਹੜੀ ਹੈ ਜੀ ਰੱਖਾਂਗੇ। ਬਹੁਤ ਮਹੱਤਵਪੂਰਨ ਦਿਹਾੜਾ ਹੁੰਦਾ ਹੈ। ਸੋ ਸਾਰੇ ਲਿਸਨਰਸ ਪਲੀਜ਼ ਇਸ ਚੀਜ਼ ਦਾ ਪਹਿਲਾਂ ਹੀ ਨੋਟ ਕਰ ਲੈਣ। ਕੱਲ੍ਹ ਨੂੰ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੀ ਜਿਹੜੀ ਹੈ ਜੀ ਉਹ ਛੁੱਟੀ ਰਹੇਗੀ। ਸੋ ਸਾਰਾ ਦਿਨ ਜਿਹੜਾ ਜੀ ਤੁਸੀਂ ਵੀ ਬਿਜ਼ੀ ਹੋਵੋਗੇ ਗੁਰਦੁਆਰੇ, ਗੁਰੂ ਘਰਾਂ ਦੇ ਵਿੱਚ ਗੁਰੂ ਮਹਾਰਾਜ ਦੇ ਦਰਸ਼ਨਾਂ ਦੇ ਲਈ। ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਓਨਰ, ਆਪਰੇਟਰ ਤੇ ਡਰਾਈਵਰ ਲੋਕਲ ਏਰੀਆ ਦੇ ਲਈ ਹਾਇਰ ਕਰ ਰਹੀ ਹੈ, ਪੰਜਾਬੀ ਤੇ ਡਿਸਪੈਚ ਕਰਦੇ ਨੇ ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 2063544060 ਤੇ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਕਾਲ ਕਰ ਸਕਦੇ ਹੋ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਕਿਸਾਨਾਂ ਦਰਮਿਆਨ ਹੋਈ ਮੁਲਾਕਾਤ, ਮੀਟਿੰਗ ਦਾ ਕੀ ਕੁਛ ਖਾਸ ਰਿਹਾ ਜੀ? ਕੀ ਮੰਗਿਆ, ਕੀ ਛੱਡਿਆ? ਦੇਖੋ, ਵੱਡੀ ਗੱਲ ਇਹ ਹੈ ਕਿ ਕਿਸਾਨਾਂ ਦੀ ਜਿਹੜੀ ਵੱਡੀ ਸਭ ਤੋਂ ਪ੍ਰੋਬਲਮ ਹੈ ਤੇ ਵੱਡੀ ਮੰਗ ਹੈ ਜੀ, ਉਹ 2-3 ਮੁੱਦਿਆਂ ਨੂੰ ਲੈ ਕੇ ਜੀ, ਜਿਹੜੀ ਪੰਜਾਬ ਸਰਕਾਰ ਨਾਲ ਸੰਬੰਧਿਤ ਹੈ।
ਵੈਸੇ ਤਾਂ ਜੇ ਆਪਾਂ ਦੇਖੀਏ 3 ਕਾਲੇ ਕਾਨੂੰਨਾਂ ਦੇ ਖਿਲਾਫ ਪਿਛਲੇ ਜੀ ਲਗਭਗ 1 ਸਾਲ ਤੋਂ ਕਿਸਾਨ ਆ ਜਿਹੜੇ ਉਹ ਸੰਘਰਸ਼ ਦੇ ਰਾਹ ਪਏ ਹੋਏ ਬਿਲਕੁਲ ਔਰ ਇਸ ਵੇਲੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਆ ਸਾਰੇ ਪਾਸੇ। ਬਿਲਕੁਲ ਦੂਜਾ ਸਿਆਲ ਚੜ ਗਿਆ ਜੀ। ਬਿਲਕੁਲ। ਹੁਣ ਜਿਹੜੀ ਹੈਗੀ ਹੈ ਪੰਜਾਬ ਦੇ ਵਿੱਚ ਇੱਕ ਨਵੀਂ ਵੱਡੀ ਪ੍ਰੋਬਲਮ ਪੈ ਗਈ ਹੈ। ਜੇ ਮਾਲਵਾ ਖਿੱਤੇ ਨੂੰ ਆਪਾਂ ਦੇਖੀਏ ਤਾਂ ਇੱਥੇ ਗੁਲਾਬੀ ਸੁੰਡੀ ਨੇ ਤਬਾਹੀ ਮਚਾਈ ਹੋਈ ਹੈ ਜੀ। ਫਸਲਾਂ ਤਬਾਹ ਹੋ ਗਈਆਂ। ਕਿਸਾਨਾਂ ਨੂੰ ਮੁਆਵਜ਼ਾ ਚਾਹੀਦਾ ਸੀ ਜੀ। ਮੁਆਵਜ਼ੇ ਵਾਸਤੇ ਉਹਨਾਂ ਨੇ ਮੰਗ ਰੱਖੀ ਸੀ ਕਿ ਘੱਟੋ ਘੱਟ ਜਿਹੜਾ ਹੈਗਾ 60,000 ਰੁਪਈਆ ਪਰ ਏਕੜ ਦਿੱਤਾ ਜਾਵੇ। ਇਹ ਕਿਸਾਨਾਂ ਦੀ ਮੰਗ ਸੀ ਬੀਕੇਯੂ ਉਗਰਾਹਾਂ ਦੀ ਜੀ। ਅਕਾਲੀ ਦਲ ਵਾਲਿਆਂ ਨੇ 50,000 ਰੁਪਏ ਪ੍ਰਤੀ ਏਕੜ ਮੰਗਿਆ ਸੀ। ਸੰਯੁਕਤ ਕਿਸਾਨ ਮੋਰਚੇ ਨੇ ਥੋੜੀ ਜਿਹੀ ਰਿਐਲਿਟੀ ਨੂੰ ਸਮਝਿਆ, ਉਹਨਾਂ ਨੇ ਕਿਹਾ 40,000 ਕਰ ਦਿਓ ਜੇ ਮਿਲ ਜੇ ਤਾਂ ਇਹ ਠੀਕ ਜਾਇਜ਼ ਹੈ, ਇਹ ਠੀਕ ਹੈ, ਜਾਇਜ਼ ਹੈ, ਇਹਦੇ ਨਾਲ ਕੁਝ ਭਰਪਾਈ ਹੋ ਸਕਦੀ। ਜੇ ਆਪਾਂ ਦੇਖੀਏ ਤਾਂ ਕਾਸਟ ਬਹੁਤ ਜ਼ਿਆਦਾ ਪੈਂਦੀ ਹੈ, ਬਹੁਤ ਪੈਂਦੀ ਹੈ, ਕਾਸਟ ਬਹੁਤ ਪੈਂਦੀ ਹੈ। ਜ਼ਮੀਨ ਦਾ ਠੇਕਾ ਲਾ ਲਓ, ਜ਼ਿਮੀਂਦਾਰ ਦੀ ਕਮਾਈ ਲਾ ਲਓ, ਜਿਹੜੀ ਉਹਦੇ ਵਿੱਚ ਉਹ ਆਪਣੀ ਮਿਹਨਤ ਕਰਦਾ ਹੈ, ਉਹਦੀ ਦਿਹਾੜੀ ਪਾ ਲਓ, ਤੇ ਉਲਟਾ ਜਿਹੜਾ ਦੂਜਾ ਫਿਰ ਮਹਿੰਗੇ ਵੀ BTB ਪਾਉਣੇ ਪੈਂਦੇ ਹੈ, ਰੇਹਾਂ ਸਪਰੇਹਾਂ ਉਹ ਆਪਣੀ ਥਾਂ ਦੇ ਉੱਤੇ ਹੈ ਜੀ। ਮਤਲਬ ਜੇ ਆਪਾਂ ਦੇਖੀਏ 1 ਏਕੜ ਜ਼ਮੀਨ ਦੇ ਵਿੱਚ ਨਰਮੇ ਤੇ ਘੱਟੋ ਘੱਟ 70-80 ਹਜ਼ਾਰ ਰੁਪਏ ਤੱਕ ਦਾ ਖਰਚਾ ਆ ਜਾਂਦਾ ਹੈ ਠੇਕਾ ਵਿੱਚ ਪਾ ਕੇ ਤੇ ਸਾਰਾ ਕੁਝ ਪਾ ਕੇ ਜੀ। ਉਹਦੇ ਵਿੱਚੋਂ ਫਿਰ ਨਿਕਲਦਾ ਕੀ ਹੈ, ਕਿੰਨੀ ਪੈਦਾਵਾਰ ਹੋਣੀ ਹੈ, ਫਿਰ ਰੇਟ ਦੇ ਉੱਤੇ ਬੜਾ ਨਿਰਭਰ ਕਰਦਾ ਹੈ। ਬਿਲਕੁਲ। ਹੁਣ ਕਿਉਂਕਿ ਐਤਕੀ ਰੇਟ ਬਹੁਤ ਵਧੀਆ ਹੈ, ਉਹਦਾ ਵਧੀਆ ਦਾ ਹੋਣ ਦਾ ਕਾਰਨ ਇਹ ਹੈ ਕਿ ਡਿਮਾਂਡ ਦੇ ਮੁਤਾਬਕ ਜਿਹੜਾ ਹੈਗਾ ਉਹ ਪ੍ਰੋਡਕਸ਼ਨ ਹੈ ਨਹੀਂ ਗੀ ਜੀ। ਪ੍ਰੋਡਕਸ਼ਨ ਘੱਟ ਹੈ, ਡਿਮਾਂਡ ਜ਼ਿਆਦਾ ਹੈ। ਤੇ 9,000 ਤੋਂ ਉੱਪਰ ਦੱਸਦੇ ਆ ਵੀ ਇਸ ਵੇਲੇ ਮੰਡੀ 9,000 ਦੇ ਨੇੜੇ ਤੇੜੇ 92-9300 ਦੇ ਕਰੀਬ ਕਿਤੇ ਹੋ ਗਿਆ। ਇਹ ਚੱਲੀ ਜਾਂਦਾ ਹੈ। ਇਸ ਹਾਲਾਤ ਦੇ ਵਿੱਚ ਮਤਲਬ ਕਿਸਾਨ ਤਾਂ ਸੋਚਦਾ ਕਿ ਸਾਡੀਆਂ ਬੜੀਆਂ ਮੋਰੀਆਂ ਬੰਦ ਹੋ ਜਾਣਗੀਆਂ, ਬਿਲਕੁਲ ਨਹੀਂ ਮਿਲਦਾ। ਤਾਂ ਇਹ ਜਦੋਂ ਮਾਮਲਾ ਉੱਠਿਆ ਸੀ ਤੇ ਉਸ ਵੇਲੇ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਹੈ ਚੰਨੀ ਜੀ, ਨਵੇਂ ਬਣੇ ਸੀ, ਇਹ ਆਏ ਆਪਣੇ ਇਲਾਕੇ 'ਚ ਹੀ ਆਏ ਸੀ, ਇੱਥੇ ਆਏ ਸੀ। ਇੱਥੇ ਆ ਕੇ ਉਹਨਾਂ ਨੇ ਕਿਹਾ ਸੀ ਕਿਸਾਨਾਂ ਨੂੰ ਭਰਪੂਰ ਮੁਆਵਜ਼ਾ ਦੇਵਾਂਗੇ। ਕੁਛ ਘਰਾਂ ਦੇ ਵਿੱਚ ਵੀ ਗਏ, ਉਹਨਾਂ ਘਰਾਂ ਦੇ ਵਿੱਚ ਜਾ ਕੇ ਜਿਨ੍ਹਾਂ ਦੇ ਕਿਸਾਨਾਂ ਦੇ ਪਰਿਵਾਰਕ ਮੈਂਬਰ ਸ਼ਹੀਦ ਹੋਏ ਸੀ ਇਸ ਅੰਦੋਲਨ ਦੇ ਵਿੱਚ, ਉਹਨਾਂ ਨੂੰ ਜਾ ਕੇ ਮਿਲੇ, ਕਿਹਾ ਕੋਈ ਗੱਲ ਨਹੀਂ ਜੀ, ਹਮਦਰਦੀ ਪ੍ਰਗਟ ਕੀਤੀ, ਤੁਹਾਨੂੰ ਨੌਕਰੀਆਂ ਵੀ ਦੇਵਾਂਗੇ। ਉਹ ਮੰਗ ਸੀ, ਉਹਦੇ ਤੇ ਕੱਲ੍ਹ ਗੱਲਬਾਤ ਹੋਈ ਜੀ। ਉੱਥੇ ਮੁੱਖ ਮੰਤਰੀ ਨੇ ਕਿਹਾ ਵੀ 12,000 ਰੁਪਇਆ ਪੁਰਾਣਾ ਚੱਲਦਾ ਹੈ, ਲੇਕਿਨ ਅਸੀਂ 12 ਤੋਂ ਵਧਾ ਕੇ 17,000 ਕਰ ਦਿੰਦੇ। 17,000 ਰੁਪਈਆ ਹੁਣ ਜੇ ਤੁਹਾਡੀ 75% ਤੋਂ ਉੱਪਰ ਦੀ ਫਸਲ ਜਿਹੜੀ ਹੈ ਬਰਬਾਦ ਹੋਈ ਹੈ ਤਾਂ 17,000 ਰੁਪਇਆ ਮੁਆਵਜ਼ਾ ਮਿਲੂਗਾ। ਇਹਦੇ ਤੇ ਅੱਜ ਇੱਕ ਖਬਰ ਲੱਗੀ ਹੈ ਮਾਨਸਾ ਤੋਂ ਜੀ। ਉੱਥੇ ਕਿਸਾਨ ਆਗੂ ਨਾਲ ਗੱਲ ਹੋਈ ਸੀ, ਉਹਦੇ ਨਾਲ ਪੁੱਛਿਆ ਵੀ ਤੁਸੀਂ ਇਹਦੇ ਬਾਰੇ ਕੀ ਸਮਝਦੇ ਹੋ। ਕਹਿੰਦੇ ਵੀ ਗੱਲ ਇਹ ਹੈ ਕਿ ਇਹਨੂੰ ਜੇ ਅਸੀਂ ਦੇਖੀਏ ਤਾਂ ਇਹਦੇ 'ਚ ਇਹ ਹੈ ਕਿ ਸੰਘਰਸ਼ ਦੀ ਜਿੱਤ ਹੈ। ਜੇ ਅਸੀਂ ਸੰਘਰਸ਼ ਨਹੀਂ ਕਰਦੇ ਤਾਂ ਮਿਲਦਾ ਕੀ ਸੀ, 12,000 ਹੀ ਮਿਲਣਾ ਸੀ। ਫਿਰ ਇਸ ਗੱਲ ਦੇ ਉੱਤੇ ਕਿ ਮੁਆਵਜ਼ਾ ਮਿਲਿਆ ਕਿੰਨਾ ਕੁ, ਔਰ ਉਹਨੇ ਬੜੀ ਰੈਲੇਵੈਂਟ ਗੱਲ ਕਹੀ ਹੈ, ਬੜੀ ਤਰਕ ਵਾਲੀ ਗੱਲ ਕਹੀ ਹੈ। ਉਹਨੇ ਕਿਹਾ ਜਿੰਨਾ ਕੁ ਲੋਕਾਂ ਨੇ ਸੰਘਰਸ਼ ਸਾਨੂੰ ਸਹਿਯੋਗ ਦਿੱਤਾ ਉਹਨਾਂ ਕੁ ਲਾਹਾ ਮਿਲ ਗਿਆ। ਜੇ ਆਪਾਂ ਦੇਖੀਏ ਕਿ ਉਹਨਾਂ ਨੇ 60,000 ਰੁਪਇਆ ਉਗਰਾਹਾਂ ਵਾਲਿਆਂ ਨੇ ਮੰਗਿਆ ਸੀ, ਉਗਰਾਹਾਂ ਵਾਲੇ ਬੈਠੇ ਸੀ, ਜਿੰਨਾ ਕੁ ਲੋਕਾਂ ਨੇ ਸਾਥ ਦਿੱਤਾ ਉਹਨਾਂ ਦਾ ਕਾਡਰ ਤਾਂ ਆਇਆ ਹੀ ਆਇਆ, ਉਹਨਾਂ ਦੇ ਕਾਡਰ ਦੀ ਕਮਾਈ ਕਹਿ ਸਕਦੇ ਆਪਾਂ। ਔਰ ਇੱਕ ਵਾਰੀ ਨਹੀਂ, ਦੂਜੀ ਤੀਜੀ ਵਾਰੀ ਜਿਹੜੀ ਹੈਗੀ ਹੈ ਸੰਘਰਸ਼ ਦੇ ਨਾਲ। ਇਹਦੇ 'ਚ ਇੱਕ ਤਾਂ ਇਹ ਹੈ ਜਿਹੜੀ ਸਭ ਤੋਂ ਵੱਡੀ ਪ੍ਰਾਪਤੀ ਮੈਂ ਸਮਝਦਾ ਜਾਣੇ ਵਾਲੀ ਹੈ ਸਾਹਿਬ, ਕਿ ਘੱਟੋ ਘੱਟ ਕਿਸਾਨੀ ਦੇ ਵਿੱਚ ਇਹ ਪ੍ਰਭਾਵ ਤਾਂ ਜਾਂਦਾ ਨਾ ਕਿ ਬਗੈਰ ਸੰਘਰਸ਼ ਤੋਂ ਕੁਝ ਨਹੀਂ ਮਿਲਦਾ, ਕੁਝ ਨਹੀਂ ਮਿਲਦਾ। ਵੈਸੇ ਆਪਣੇ ਤਾਂ ਸਮਾਜ ਦੇ ਵਿੱਚ ਪੁਰਾਣੀਆਂ ਕਹਾਵਤਾਂ ਹੈ ਕਿ ਬਗੈਰ ਰੋਇਆ ਮਾਂ ਵੀ ਦੁੱਧ ਨਹੀਂ ਦਿੰਦੀ, ਤੇ ਕਿਸਾਨਾਂ ਨੇ ਜਿਸ ਢੰਗ ਦੇ ਨਾਲ ਜਿਹੜੀ ਹੈਗੀ ਹੈ ਟੇਢੀ ਉਂਗਲ ਨਾਲ ਘਿਓ ਕੱਢਣਾ ਵੀ ਸਿੱਖ ਲਿਆ, ਜੇ ਸਿੱਧੀ ਉਂਗਲ ਨਾਲ ਘਿਓ ਨਹੀਂ ਨਿਕਲਦਾ। ਹੁਣ ਤੁਸੀਂ ਦੇਖੋ ਬਠਿੰਡੇ ਦੇ ਸੈਕਟਰੀਏਟ ਨੂੰ 7 ਜ਼ਿਲ੍ਹਿਆਂ ਦੇ ਕਿਸਾਨਾਂ ਨੇ ਘੇਰ ਲਿਆ ਸੀ, ਅਫਸਰ ਛੱਡ ਕੇ ਆਪਣੇ ਘਰਾਂ 'ਚ ਬਹਿ ਗਏ। 3-4 ਦਿਨ ਉਹ ਬੈਠੇ ਰਹੇ, ਉਹਨਾਂ ਨੇ ਕਿਹਾ ਨਹੀਂ ਐ ਨਹੀਂ ਠੀਕ ਆਉਂਦੇ, ਛੱਡ ਦਿਓ, ਲੋਕਾਂ ਦੇ ਕਾਰੋਬਾਰ ਕਾਹਨੂੰ ਰੋਕਣੇ। ਉਹਨਾਂ ਨੇ ਆਪਣਾ ਇੱਕ ਰਾਹ ਚੁੱਕਿਆ, ਜਿੱਥੇ ਮੰਤਰੀ ਮਿਲ ਗਿਆ, ਜਿੱਥੇ MLA ਮਿਲ ਗਿਆ ਕਾਂਗਰਸੀ, ਉੱਥੇ ਹੀ ਘੇਰ ਲਾਂਗੇ, ਤੇ ਥਾਂ ਉਹਨਾਂ ਨੇ ਘੇਰਨੇ ਸ਼ੁਰੂ ਕਰ ਦਿੱਤੇ। ਠੀਕ ਹੈ, ਉਹਦਾ ਵੀ ਅਸਰ ਪਿਆ, ਸੰਘਰਸ਼ ਦਾ ਅਸਰ ਪਿਆ। ਅਗਲੀ ਜਿਹੜੀ ਉਹਨਾਂ ਦੀ ਡਿਮਾਂਡ ਸੀ, ਉਹ ਉਹਨਾਂ ਦੀ ਡਿਮਾਂਡ ਸੀਗੀ ਇਸ ਗੱਲ ਨੂੰ ਲੈ ਕੇ ਕਿ ਜਿਹੜਾ ਇਹਨਾਂ ਦਾ ਪੋਰਟਲ ਹੈ ਝੋਨੇ ਦਾ, ਝੋਨੇ ਦੀ ਖਰੀਦ ਦੇ ਮਾਮਲੇ 'ਚ ਸਰਕਾਰ ਨੇ ਜਗੋਤੇਰਵੀਂ ਕਰਤੀ। ਕਿਉਂਕਿ ਇੱਕ ਤਾਂ ਇਹ ਹੈ ਕਿ ਅਜੇ ਤੱਕ ਝੋਨਾ ਆ ਰਿਹਾ ਤੇ ਝੋਨੇ ਦੀ ਖਰੀਦ ਕਰਤੀ ਬੰਦ। ਇੱਕ ਤਾਂ ਇੱਕ ਖਰੀਦ ਬੰਦ ਕਰਤੀ, ਉੱਤੋਂ ਸਿੱਤਮ ਜਰੀਫੀ ਇਹ ਕਿ ਜਿਨ੍ਹਾਂ ਦਾ ਝੋਨਾ ਵਿਕ ਗਿਆ ਉਹਨਾਂ ਦੇ ਖਾਤਿਆਂ 'ਚ ਪੈਸੇ ਨਹੀਂ ਆ ਰਹੇ। ਕਾਰਨ ਕੀ? ਕਾਰਨ ਇਹਨਾਂ ਦੇ ਆਪਣੇ ਪੋਰਟਲ 'ਚ ਗੜਬੜ ਹੈ। ਉਹ ਪੋਰਟਲ ਦੇ ਵਿੱਚ ਗੜਬੜਾ, ਉਹਦਾ ਕਰਕੇ ਜਿਹੜੀ ਹੈਗੀ ਆ ਪੈ ਗਿਆ ਜੀ, ਜੇ ਤੁਹਾਡਾ ਨਾਂ ਸਵਰਨ ਸਿੰਘ ਹੈ, SA ਦੀ ਬਜਾਏ ਜੇ ਵਿੱਚੋਂ A ਨਿਕਲ ਗਿਆ, A ਇੱਕ ਅੱਗੋਂ ਨਿਕਲ ਗਿਆ ਜਾਂ ਪਿੱਛੋਂ ਨਿਕਲ ਗਿਆ, ਉਹਨਾਂ ਨੇ ਕਹਿਣਾ ਨਾ ਜੀ ਗਲਤ ਹੈ, ਤਾਂ ਉਹ ਨਹੀਂ ਆ ਰਿਹਾ। ਉਹਦੀ ਬੜੀ ਵੱਡੀ ਪ੍ਰੋਬਲਮ ਹੋਈ ਹੈ ਜੀ। ਉਹ ਕਿਹਾ ਇਹਨਾਂ ਨੇ ਵੀ ਅਸੀਂ ਕੋਈ ਗੱਲ ਨਹੀਂ ਜੀ, ਇਹ ਵੀ ਕਰ ਦਿਆਂਗੇ, ਅਸੀਂ ਪੇਮੈਂਟ ਵੀ ਕਰ ਦਿਆਂਗੇ ਤੇ ਦਾਣਾ ਚੁੱਕਾਂਗੇ। ਕੁਝ ਵੱਡੀਆਂ ਮੰਡੀਆਂ ਜਿਹੜੀਆਂ ਸਾਡੀਆਂ ਉਹ ਚੱਲਦੀਆਂ ਰਹਿਣਗੀਆਂ, ਕਿਸਾਨ ਉੱਥੇ ਆ ਕੇ ਵੇਚ ਸਕਦੇ ਆ ਜੀ, ਇਹ ਵੀ ਗੱਲ ਕਹਿਤੀ।
ਤੀਜੀ ਜਿਹੜੀ ਗੱਲ ਹੈ ਜੀ, DAP ਦੀ ਕਿੱਲਤ ਬਹੁਤ ਹੈ। ਅੱਜ ਵੈਸੇ ਕਹਿੰਦੇ ਸੁਖਬੀਰ ਸਿੰਘ ਬਾਦਲ ਨੇ ਬਿਆਨ ਦਿੱਤਾ ਜੀ ਵੀ ਕਿਸਾਨ ਇਹ ਦੱਸਣ ਕਿ ਉਹਨਾਂ ਨੇ DAP ਦੀ ਗੱਲ ਕਿਉਂ ਨਹੀਂ ਕੀਤੀ ਅੰਦਰ, ਲੇਕਿਨ DAP ਦੀ ਗੱਲ ਉਹਨਾਂ ਨੇ ਕੀਤੀ ਯਾਰ। ਉਹਦੇ ਤੇ ਕਿਹਾ ਮੁੱਖ ਮੰਤਰੀ ਨੇ ਕਿ ਜਿੰਨੀ ਸਾਨੂੰ ਡਿਮਾਂਡ ਹੈ ਜੀ, ਡਿਮਾਂਡ ਦੀ ਇੱਕਦਮ ਪੂਰਤੀ ਨਹੀਂ ਹੋ ਰਹੀ, ਕਿਉਂਕਿ ਜਿਹੜੀ ਕਮੀ ਹੈ DAP ਦੀ, ਇਹ ਨੈਸ਼ਨਲ ਲੈਵਲ ਤੇ ਨਹੀਂ, ਇੰਟਰਨੈਸ਼ਨਲ ਲੈਵਲ ਤੇ ਬਾਹਰੋਂ ਆਉਂਦੀ ਹੈ ਨਾ, ਬਾਹਰੋਂ ਆਉਂਦੀ ਆ। ਔਰ ਇੰਟਰਨੈਸ਼ਨਲ ਲੈਵਲ ਤੇ ਕਮੀ ਹੈ ਜਿੰਨੀ ਕਿ ਸਾਡੇ ਹਿੱਸੇ 'ਚ ਆਉਂਦੀ ਹੈ। ਪਰ ਫਿਰ ਵੀ ਉਹਨਾਂ ਨੇ ਆਪਣਾ ਹਿਸਾਬ ਕਿਤਾਬ ਲਾ ਕੇ ਮੁੱਖ ਮੰਤਰੀ ਜੀ ਨੇ ਆਪਣੇ ਅਫਸਰਾਂ ਦੇ ਨਾਲ ਗੱਲਬਾਤ ਕਰਕੇ ਕਿਹਾ ਕਿ 22 ਤਾਰੀਖ ਤੱਕ ਤੁਹਾਡੀ ਇਹ ਸਮੱਸਿਆ ਹੱਲ ਹੋ ਜਾਊਗੀ ਜੀ। ਚਲੋ 22 ਤਾਰੀਖ ਤੱਕ ਮੇਰਾ ਖਿਆਲ ਹੈ ਵੀ ਇਹ ਕਣਕ ਛੇਤੀ ਨਹੀਂ ਹੋ ਰਹੀ, ਬੀਜਣ ਦਾ ਟਾਈਮ ਹੈਗਾ ਤੇ 20 ਅਕਤੂਬਰ ਤੋਂ ਸ਼ੁਰੂ ਹੋ ਜਾਂਦੀ ਹੈ ਜੀ ਤੇ 22 ਤੱਕ ਚੱਲਦੀ। ਉਦੋਂ ਬਾਅਦ ਤਾਂ ਪਛੇਤੀਆਂ ਕਿਸਮਾਂ ਸ਼ੁਰੂ ਹੋ ਜਾਂਦੀਆਂ। ਪਛੇਤੀਆਂ ਕਿਸਮਾਂ ਕਿਉਂਕਿ ਜੇ ਨਰਮੇ ਵਾਲੇ ਤਾਂ ਅਸੀਂ ਲੋਹੜੀ ਵੇਲੇ ਬੀਜਦੇ ਰਹੇ। ਹਾਂ ਨਰਮੇ ਉਹ ਵੀ ਬੀਜਦੇ ਆ। ਜਿਹੜੇ ਹੁਣ ਤੁਸੀਂ ਦੇਖੋ ਵੀ ਮਾਝੇ ਵਾਲੇ ਪਾਸੇ ਕਹਿੰਦੇ ਵੀ ਝੋਨਾ ਜਿਹੜਾ ਹੈਗਾ ਲੇਟ ਆਉਂਦਾ, ਰਮਦਾਸ ਏਰੀਏ 'ਚ ਲੇਟ ਆਉਂਦਾ। ਹਾਂ ਉੱਥੇ ਉਸ ਪਾਸੇ ਨੂੰ ਵੀ ਫਿਰ ਜਿਹੜਾ ਹੈਗਾ ਆਉਂਦਾ। ਚਲੋ 22 ਤਾਰੀਖ ਤੱਕ ਉਹਨਾਂ ਦੀ ਹੁੰਦੀ ਹੈ। ਅਗਲੀ ਗੱਲ ਜਿਹੜੀ ਹੈਗੀ ਸੀ ਕਿਸਾਨ ਸੰਘਰਸ਼ ਵਾਲੀ ਗੱਲ ਕਹੀ ਸੀ, ਉੱਥੇ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਡਟ ਕੇ ਕਿਸਾਨ ਸੰਘਰਸ਼ ਦੇ ਨਾਲ ਆ। ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜਿਹੜਾ ਤੁਸੀਂ ਸਾਨੂੰ ਭੇਜਿਆ ਸੀ ਉਹ ਰੈਜੂਲੇਸ਼ਨ ਪਾਸ ਕਰਤਾ ਜੀ। ਮੁੱਖ ਮੰਤਰੀ ਸਾਹਿਬ ਨੇ ਵੜਕਾਂ ਦੋ ਮਾਰੀਆਂ। ਇੱਕ ਤਾਂ ਕਹਿੰਦੇ ਜੀ ਜਿੰਨਾ ਮਰਜ਼ੀ ਹੈ ਜ਼ੋਰ ਲਾ ਲੇ ਕੇਂਦਰ, ਪੰਜਾਬ ਦੇ ਵਿੱਚ ਅਸੀਂ ਇਸ ਕਾਨੂੰਨ ਨੂੰ ਲਾਗੂ ਨਹੀਂ ਹੋਣ ਦਿੰਦੇ। ਵੈਸੇ ਗੱਲ ਇਹ ਹੈ ਕਿ ਕਾਨੂੰਨ ਤਾਂ ਵੈਸੇ ਹੀ ਲਾਗੂ ਨਹੀਂ ਹੁੰਦਾ, ਇਹ ਵੜਕ ਹੈ। ਮੈਂ ਇਸ ਕਰਕੇ ਕਿ ਵੜਕ ਕਿਉਂ ਹੈ, ਕਿਉਂਕਿ ਕਾਨੂੰਨਾਂ ਨੂੰ ਹੋਲਡ ਦੇ ਉੱਤੇ ਪਾਇਆ ਹੋਇਆ ਸੁਪਰੀਮ ਕੋਰਟ ਨੇ। ਬਿਲਕੁਲ ਜੀ ਪਾਤਾ। ਉਹ ਸੁਪਰੀਮ ਕੋਰਟ ਨੇ ਹੋਲਡ ਦੇ ਉੱਤੇ ਪਾਇਆ। ਪਤਾ ਨਹੀਂ ਸੁਪਰੀਮ ਕੋਰਟ ਚੋਂ ਕਦੋਂ ਨਿਕਲਣਾ ਕਦੋਂ ਨਹੀਂ। ਤੇ ਮੁੱਖ ਮੰਤਰੀ ਸਾਹਿਬ ਦੀ ਮਿਆਦ ਕਿੰਨੀ ਕੁ ਹੈ? ਉਹ ਮਾਰਚ ਤੱਕ। ਵੈਸੇ ਆਪਾਂ ਨਹੀਂ ਇਹ ਗੱਲ ਕਹਿੰਦੇ ਕਿ ਇਹਨਾਂ ਨੇ ਜਿੱਤਣਾ ਕਿ ਨਹੀਂ। ਇਹ ਵਿਧਾਨ ਸਭਾ ਦੀ ਜਿਹੜੀ ਮਿਆਦ ਆ ਉਹ ਮਾਰਚ ਤੱਕ ਹੈ। ਮਾਰਚ ਤੱਕ ਜੇ ਕਾਂਗਰਸ ਪਾਰਟੀ ਦੁਬਾਰਾ ਆ ਜਾਂਦੀ ਹੈ ਫਿਰ ਗਾਂਧੀਆਂ ਫਿਰ ਮੁੱਖ ਮੰਤਰੀ ਚੰਦੀ ਸਾਹਿਬ ਬਣਦੇ ਆ। ਚੰਨੀ ਸਾਹਿਬ ਨੇ ਬਣਨਾ ਹੈ ਜਾਂ ਨਵਜੋਤ ਸਿੰਘ ਸਿੱਧੂ ਨੇ ਬਣਨਾ ਜਾਂ ਕਿਸੇ ਦਾ ਹੋਰ ਦਾ ਲੱਗਣਾ, ਇਹ ਕੁਛ ਕਹਿ ਨਹੀਂ ਸਕਦੇ ਕਿਹਦੀ ਕੁਛ ਵੀ ਬਣਨੀ ਹੈ। ਤੇ ਮਾਰਚ ਮਹੀਨੇ ਤੱਕ ਮੈਨੂੰ ਪੱਕਾ ਪਤਾ ਹੈ ਜੀ ਵੀ ਸੁਪਰੀਮ ਕੋਰਟ ਇਹਦੇ ਤੇ ਸੁਣਵਾਈ ਨਹੀਂ ਕਰਦੀ, ਇਸ ਕਰਕੇ ਹੋਲਡ ਹੈ। ਦੂਜੀ ਗੱਲ ਮੁੱਖ ਮੰਤਰੀ ਸਾਹਿਬ ਨੇ ਹੋਰ ਕਹਿਤੀ ਵੀ ਜੇ ਕਿਸਾਨ ਕਹਿਣ ਤਾਂ ਮੈਂ ਅਸਤੀਫਾ ਦੇਣ ਨੂੰ ਵੀ ਤਿਆਰ ਹਾਂ ਔਰ ਮੈਂ ਅਸਤੀਫਾ ਦੇ ਕੇ ਤੁਹਾਡੇ ਨਾਲ ਬੈਠ ਸਕਦਾ। ਇਸੇ ਤਰ੍ਹਾਂ ਜਿਹੜਾ ਗੰਨੇ ਦਾ ਭਾਅ ਸੀ, ਗੰਨੇ ਦੇ ਭਾਅ ਦੇ ਉੱਤੇ ਪਿਛਲੀ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਨੇ ਕਹਿਤਾ ਸੀ ਜੀ 50 ਰੁਪਏ ਦੇਵਾਂਗੇ। ਉਹਦੇ ਤੇ ਵੀ ਉਹ ਕਹਿੰਦੇ ਜੀ ਗੱਲ, ਉਹ ਕਹਿੰਦੇ ਜੀ ਹਾਂ 35 ਰੁਪਏ ਸਟੇਟ ਗਵਰਨਮੈਂਟ ਨੇ ਦੇਣੇ ਆ, ਬਾਕੀ ਮੇਰਾ ਖਿਆਲ ਹੈ ਵੀ ਕੁਛ ਇਹਨਾਂ ਨੇ ਸ਼ਾਇਦ ਮਿੱਲਾਂ ਮੁੱਲਾਂ ਵਾਲਿਆਂ ਨੇ ਦੇਣੇ। ਉਹ ਕਰ ਕਰਾ ਕੇ 50 ਰੁਪਏ ਵੀ ਅਸੀਂ ਤੁਹਾਡੇ ਦਿੰਦੇ ਰਹਾਂਗੇ। ਮਤਲਬ ਗੱਲ ਇਹ ਹੈ ਜੀ, ਕੱਲ ਉਹ ਜਿਵੇਂ ਕਿੰਨੀ ਆਪਣੀ ਉਹ ਪੰਜਾਬੀ ਦਾ ਇੱਕ ਗਾਣਾ ਹੈ ਨਾ ਵੀ ਭਾਵੇਂ ਸੁੱਥ ਨਾ ਸੰਭਾਲੀ ਭਾਵੇਂ ਲਹਿੰਗਾ ਤੇਰੇ ਮੂਹਰੇ ਥਾਣ ਸੁੱਟਿਆ। ਕੱਲ ਮਤਲਬ ਵੀ ਉਹ ਕਹਿੰਦੇ ਥਾਣ ਹੀ ਸੁੱਟਤਾ। ਉਹ ਕਹਿੰਦੇ ਜੀ ਆਹ ਮੰਗ ਕਹਿੰਦਾ ਓਕੇ। ਕੱਲ ਤਾਂ ਓਕੇ ਮੀਟਿੰਗ ਸੀ, ਉਹ ਆ ਵੀ ਹੋ ਗਿਆ ਪਰ ਇੱਕ ਥਾਂ ਤੇ ਗੱਲ ਆ ਕੇ ਘੁੰਡੀ ਅੜ ਗਈ। ਉਹ ਸੀ ਜੀ ਕਰਜ਼ਾ ਮਾਫੀ ਦਾ। ਅੱਛਾ ਜੀ। ਉਹ ਕਹਿੰਦੇ ਜੀ ਕਰਜ਼ਾ ਮਾਫੀ ਤੇ ਗੱਲ ਕਰ ਲਓ। ਹੁਣ ਕਰਜ਼ਾ ਮਾਫੀ ਤਾਂ ਪਿਛਲੀ ਕੁਛ ਤਾਂ ਕਰਜ਼ਾ ਮਾਫ ਕੀਤਾ ਹੀ ਹੈ 2-2.5 ਏਕੜ ਵਾਲਿਆਂ ਦਾ। ਕਹਿੰਦੇ ਜੀ ਤੁਹਾਡੇ ਜਿਹੜੇ ਹੈਗੇ ਕਾਂਗਰਸ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ 'ਚ ਵਾਅਦਾ ਕੀਤਾ ਸੀ ਕਿ ਕਿਸਾਨਾਂ ਦਾ ਸਮੁੱਚਾ ਕਰਜ਼ਾ ਮਾਫ ਕਰਾਂਗੇ। ਲਓ ਜੀ ਸਮੁੱਚਾ ਕਰੋ। ਉਹ ਕਹਿੰਦੇ ਜੀ ਕੁਛ ਕਹਿੰਦੇ ਹਾਂ ਠੀਕ ਹੈ। ਪਹਿਲੇ ਮੁੱਖ ਮੰਤਰੀ ਨੇ ਤੁਹਾਡੇ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਕੀਤਾ ਸੀ ਉਹ ਕੀਤਾ ਸੀ, ਪਰ ਜਿਹੜਾ ਚੋਣ ਮੈਨੀਫੈਸਟੋ ਅਮਰਿੰਦਰ ਸਿੰਘ ਦਾ ਨਹੀਂ ਸੀ, ਉਹ ਪਾਰਟੀ ਦਾ ਸੀ ਤੇ ਮੁੱਖ ਮੰਤਰੀ ਵੀ ਪਾਰਟੀ ਦਾ ਹੈ। ਪਹਿਲਾ ਮੁੱਖ ਮੰਤਰੀ ਵੀ ਪਾਰਟੀ ਦਾ ਸੀ, ਚੰਗਾ ਨਹੀਂ ਲੱਗਿਆ ਉਹਨਾਂ ਨੇ ਬਦਲਤਾ। ਦੂਜਾ ਮੁੱਖ ਮੰਤਰੀ ਆ ਗਿਆ ਇਹ ਵੀ ਪਾਰਟੀ ਦਾ, ਪਰ ਪਾਰਟੀ ਦਾ ਇਹਨੂੰ ਲਾਗੂ ਕਰੇ ਨਾ। ਤੁਹਾਡੇ ਕੋਲ 3 ਮਹੀਨਿਆਂ ਦਾ ਸਮਾਂ ਰਹਿ ਗਿਆ, ਇਹ ਲਾਗੂ ਕਰੋ ਜੀ। ਹੁਣ ਇਹਦੇ ਦਾਨੇ ਵਾਲੀਆ ਸਾਹਿਬ ਚੀਜ਼ਾਂ ਬਹੁਤ ਹੈਗੀਆਂ ਬੜੀਆਂ ਕਲਲੀਆਂ ਜੀਆਂ ਵੀ ਕਿੱਥੋਂ ਲੈ ਕੇ ਆਉਣ। ਉਹ ਕਹਿੰਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਕੋਈ ਨਹੀਂ ਇਹ ਵੀ ਕਰਾਂਗੇ ਜੀ, ਆਪਾਂ ਅਗਲੀ ਮੀਟਿੰਗ ਕਰਦੇ ਹਾਂ, ਅਗਲੀ ਮੀਟਿੰਗ ਦੇ ਵਿੱਚ ਇਹ ਗੱਲ ਕਰ ਲਾਂਗੇ। ਤੇ ਵਿੱਚੋਂ ਤੁਹਾਡੇ ਵਰਗੇ ਕਿਸਾਨ ਨੇ ਫਿਰ ਥੋੜਾ ਜਿਹਾ ਜ਼ਿਆਦਾ ਸੀ, ਜਾਂ ਆਪਾਂ ਕਹਿ ਦਈਏ ਉਹ ਆਪਣਾ ਮਹਿਮਾ ਸਾਹਿਬ ਵਾਂਗੂ, ਹਰਨੇਕ ਸਿੰਘ ਮਹਿਮਾ ਸਾਹਿਬ ਵਾਂਗੂ, ਜਿਵੇਂ ਉਹਨਾਂ ਨੇ ਸੁਖਬੀਰ ਬਾਦਲ ਨੂੰ ਸਵਾਲ ਕਰ ਲਏ। ਉਹ ਕਹਿੰਦੇ ਮੁੱਖ ਮੰਤਰੀ ਸਾਹਿਬ ਇਹ ਤਾਂ ਦੱਸੋ ਵੀ ਚਲੋ ਠੀਕ ਹੈ ਤੁਸੀਂ ਓਕੇ ਤਾਂ ਕਰੀ ਜਾਂਦੇ ਹੋ, ਤੁਸੀਂ ਕਹਿੰਦੇ ਹੋ ਵੀ ਅਗਲੀ ਮੀਟਿੰਗ ਦੇ ਵਿੱਚ ਆਪਾਂ ਇਹਦਾ ਵੀ ਕੋਈ ਫੈਸਲਾ ਕਰ ਲਾਂਗੇ ਜੀ, ਸਾਨੂੰ ਇਹ ਦੱਸੋ ਕਿ ਸਾਨੂੰ ਦੇਣ ਵਾਸਤੇ ਪੈਸੇ ਹੈਗੇ? ਪੈਸੇ ਕਿੱਥੋਂ ਲਿਆਉਂਗੇ? ਉੱਥੇ ਆ ਕੇ ਮੂੜੀਆ ਫਿਰ ਫਸ ਜਾਂਦਾ ਜੀ, ਪੈਸੇ ਕਿੱਥੋਂ ਲੈ ਕੇ ਆਵਾਂਗੇ? ਸਵਾਲ ਇਹ ਹੈ ਜੀ। ਔਰ ਇਹੀ ਗੱਲ ਵਾਰ-ਵਾਰ ਨਵਜੋਤ ਸਿੱਧੂ ਵੀ ਕਹਿ ਰਹੇ। ਨਵਜੋਤ ਸਿੱਧੂ ਦੀ ਅਸੀਂ ਹਰ ਗੱਲ ਦੇ ਉੱਤੇ ਆਲੋਚਨਾ ਨਹੀਂ ਕਰਦੇ, ਕਈ ਗੱਲਾਂ ਨਵਜੋਤ ਸਿੱਧੂ ਦੀਆਂ ਬੜੀਆਂ ਪਾਏਦਾਰ ਹੈ ਜੀ। ਜਦੋਂ ਉਹ ਕਹਿੰਦਾ ਕਿ ਭਾਈ ਚਾਦਰ ਦੇਖ ਕੇ ਪੈਰ ਪਸਾਰੋ, ਅਸੀਂ ਲੋਕਾਂ ਦੇ ਮਸਲੇ ਹੱਲ ਜ਼ਰੂਰ ਕਰਨੇ ਹੈ, ਪੈਸਾ ਜਿਹੜਾ ਹੈਗਾ ਪੈਸੇ ਦਾ ਪ੍ਰਬੰਧ ਵੀ ਕਰਨਾ ਤੇ ਪੈਸੇ ਦਾ ਔਰ ਇਲਾਜ ਪ੍ਰਬੰਧ ਦਾ ਇਲਾਜ ਵੀ ਦੱਸਦਾ ਕਿ ਇਲਾਜ ਕੀ ਹੈ। ਇਲਾਜ ਇਹ ਨਹੀਂ ਕਿ ਕਰਜ਼ਾ ਲਈ ਜਾਓ, ਕਰਜ਼ਾ ਲਾਉਣ ਵਾਸਤੇ ਕਰਜ਼ਾ ਲਈ ਜਾਓ। ਉਹ ਕਹਿੰਦਾ ਹੈ ਕਿ ਜਿਹੜੀਆਂ ਮੋਰੀਆਂ ਨਿਕਲੀਆਂ ਹੋਈਆਂ ਨਾ ਖਾਲਾਂ 'ਚ, ਉਹ ਮੋਰੀਆਂ ਬੰਦ ਕਰੋ ਜੀ। ਜਿਹੜਾ ਟੈਕਸ ਚੋਰੀ ਹੁੰਦਾ ਉਹ ਟੈਕਸ ਬੰਦ ਕਰੋ। ਜਿਹੜਾ ਰੇਤਾ ਬਜਰੀ 'ਚ ਮਾਲ ਜਾਂਦਾ ਉਹ ਬੰਦ ਕਰੋ ਜੀ। ਹੁਣ ਕਹਿ ਤਾਂ ਦਿੱਤਾ ਸੀ ਜੀ ਪਹਿਲੀ ਕੈਬਨਿਟ ਦੇ ਵਿੱਚ, ਲਓ ਜੀ ਅੱਜ ਤੋਂ ਬਾਅਦ ਬੰਦ। ਆਪਣਾ ਮੁੱਖ ਮੰਤਰੀ ਜੀ ਨੇ ਕਹਿਤਾ ਸੀ ਕੋਈ ਜਿਹੜਾ ਮਾਫੀਆ ਮੇਰੇ ਨੇੜੇ ਨਾ ਆਵੇ। ਹੁਣ ਅੱਜ ਭਾਸਕਰ ਅਖਬਾਰ ਦੇ ਉੱਤੇ ਲੀਡ ਸਟੋਰੀ ਲੱਗੀ ਪਈ ਹੈ, ਕਹਿੰਦੇ ਜੀ ਉਵੇਂ ਹੀ ਚੱਲਦਾ ਸਾਰਾ ਕੁਛ।
ਇਹਨਾਂ ਨੇ ਕਿਹਾ ਸੀਗਾ ਜੀ ਆਪਣਾ ਕੀ ਹੁੰਦਾ ਹੈ ਤੁਹਾਡਾ GPS ਸਿਸਟਮ ਨਾਲ ਸੈਟੇਲਾਈਟ ਸਿਸਟਮ ਲਾਵਾਂਗੇ ਸ਼ਾਮ ਨੂੰ ਕਿਤੇ। ਉਹ ਕਹਿੰਦੇ ਵੀ ਜਿਹੜਾ ਅਸਲ ਮਾਈਨਿੰਗ ਵਾਲਾ ਏਰੀਆ ਰੋਪੜ ਤੇ ਤੁਹਾਡਾ ਹੁਸ਼ਿਆਰਪੁਰ ਰਾਵੀ ਕੰਢੀ ਵਾਲਾ, ਉਹ ਕਹਿੰਦੇ ਵੀ ਉੱਥੇ ਕੱਖ ਵੀ ਨਹੀਂ, ਰਾਤਾਂ ਨੂੰ ਵੀ ਉਵੇਂ ਜਿਵੇਂ ਚੱਲੀ ਜਾਂਦਾ। ਇਹ ਸਾਰਾ ਕੁਝ ਉਹ ਚੱਲੀ ਜਾਂਦਾ। ਮਾਫੀਆ ਜਿਹੜਾ ਹੈਗਾ ਉਹ ਮਾਫੀਆ ਰਾਜ ਖਤਮ ਕਰਨ ਦੀ ਗੱਲ ਕਰਦਾ, ਲੇਕਿਨ ਮਾਫੀਆ ਖਤਮ ਨਹੀਂ ਹੋਇਆ, ਖਤਮ ਨਹੀਂ ਹੋ ਰਿਹਾ। ਚਲੋ ਸਭ ਹੋਵੇ ਕਿਵੇਂ, ਜਦੋਂ ਕਈ ਮੰਤਰੀਆਂ ਦੇ ਘਰੇ ਤਾਂ ਮਾਫੀਏ ਦੇ ਬੰਦੇ ਉਹਨਾਂ ਦੇ ਕੀ ਕਹਿੰਦੇ ਫਲੈਟਾਂ 'ਚ ਰਹਿੰਦੇ ਰਹੇ ਜੀ, MLA ਹੋਸਟਲ 'ਚ ਰਹਿੰਦੇ ਰਹੇ ਆ, ਪੱਤਰਕਾਰ ਉਹਨਾਂ ਦੇ ਦਲਾਲ ਬਣੇ ਹੋਏ ਨੇ, ਉਹ ਉਹਨਾਂ ਦੇ ਵਿੱਚ ਮਿਲਾਉਂਦੇ ਆ, ਤੇ ਫਿਰ ਕਿੱਥੋਂ ਹੋ ਜੂ? ਬਿਲਕੁਲ, ਜਿਨ੍ਹਾਂ ਨੇ ਮਤਲਬ ਨੰਗਾ ਕਰਨਾ ਜੀ ਉਹ ਨਾਲ ਰਲ ਜਾਣ ਤਾਂ ਗੱਲ ਮੁਸ਼ਕਲ ਆ ਵੀ ਚੀਜ਼ ਹੈ ਨਾ। ਫਿਰ ਉਹਨਾਂ ਦੀ ਕੋਆਰਡੀਨੇਸ਼ਨ ਕਰਾਉਣ, ਜੀ ਉਹਨਾਂ ਨੂੰ ਤੁਹਾਨੂੰ ਬੰਦਾ ਦੇਤਾ ਜੀ, ਇਹ ਤੁਹਾਡੇ ਘਰੇ ਹੁਣੇ ਅਗਲਾ ਮੰਤਰੀ ਕਹਿੰਦਾ ਜੀ ਚਲੋ ਠੀਕ ਆ, ਮੈਂ ਤਾਂ ਸਰਕਾਰੀ ਕੋਠੀ ਰਹਿਣਾ, ਤੈਨੂੰ ਮੈਂ MLA ਹੋਸਟਲ ਅਲਾਟ ਕਰਾ ਦਿੰਦਾ। ਦੱਸੋ ਇਹੋ ਜਿਹੀਆਂ ਗੱਲਾਂ ਦੇ ਵਿੱਚ ਉੱਥੇ ਰਹਿਣ ਬੰਦੇ ਤਾਂ ਫਿਰ ਕਿੱਥੋਂ ਹੋ ਜੂ? ਨਹੀਂ, ਇਹ ਤਾਂ ਆਪਾਂ ਹਰ ਸਰਕਾਰ 'ਚ ਹੀ ਦੇਖਦੇ ਹਾਂ। ਦਾਨੇਵਾਲੀ ਸਰਕਾਰਾਂ ਦੀ ਗੱਲ ਹੀ ਕਰਦਾ, ਸਰਕਾਰਾਂ ਦੇ ਵਿੱਚ ਆਪਾਂ ਦੇਖਦੇ ਹਾਂ, ਪੱਤਰਕਾਰਾਂ 'ਚ ਵੀ ਦੇਖਦੇ ਹਾਂ। ਪੱਤਰਕਾਰਾਂ ਦੇ ਵਿੱਚ ਪੱਤਰਕਾਰਤਾ ਨੂੰ ਛੱਡ ਕੇ ਜਦੋਂ ਦਲਾਲੀ ਕਰਨ ਲੱਗ ਜਾਣ, ਬਸ ਉਹਨਾਂ ਦੀਆਂ ਕਾਰਾਂ ਕੋਠੀਆਂ ਵੀ ਬਣ ਜਾਂਦੀਆਂ, ਸਾਰਾ ਕੁਝ ਹੀ ਬਣਦਾ। ਜਿਹੜੀਆਂ ਉਹਨਾਂ ਤਾਂ ਘਰੇ ਟੈਕਸੀਆਂ ਆਉਂਦੀਆਂ, ਸਾਰਾ ਕੁਝ ਆਉਂਦਾ, ਮਹਿੰਗੇ ਤੋਹਫੇ ਆਉਂਦੇ। ਟੈਕਸ ਚਲੋ ਤੋਹਫੇ ਆਉਣ ਨਾ ਆਉਣ, ਜਿਹੜੀ ਸਭ ਤੋਂ ਗੱਲ ਕਰਕੇ ਕਿ ਜਿਹੜੇ ਬੰਦੇ ਦੇ ਕੋਲੇ ਕਦੇ ਟੁੱਟਿਆ ਸਕੂਟਰ ਨਹੀਂ ਹੁੰਦਾ ਸੀ, ਜੇ ਉਹਦੇ ਕੋਲੇ ਲਗਜ਼ਰੀ ਕਾਰ ਹੈ, ਜਿਹੜਾ ਬੰਦਾ ਕੜੀਆਂ ਬਾਲਿਆਂ ਵਾਲੇ ਘਰਾਂ ਦੇ ਵਿੱਚ ਰਹਿੰਦਾ ਰਿਹਾ, ਤੇ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਆਲੀਸ਼ਾਨ ਕੋਠੀਆਂ ਪਾਲੀਆਂ, ਲੁਧਿਆਣੇ 'ਚ ਆਲੀਸ਼ਾਨ ਕੋਠੀਆਂ ਪਾਲੀਆਂ, ਕਿੱਥੋਂ ਆਈਆਂ? ਉਹ ਫਿਰ ਇਸੇ ਕੰਮ 'ਚ ਹੀ ਆਉਂਦੀਆਂ ਨੇ, ਉਹ ਪੱਤਰਕਾਰੀ ਰਾਹੀਂ ਨਹੀਂ ਆਉਂਦੀਆਂ, ਦਲਾਲੀ ਰਾਹੀਂ ਹੁੰਦੀਆਂ। ਬਿਲਕੁਲ ਠੀਕ ਹੈ ਨਾ। ਇਸ ਕਰਕੇ ਕੁੱਲ ਮਿਲਾ ਕੇ ਜਿਹੜੀ ਕੱਲ੍ਹ ਕਿਸਾਨਾਂ ਨੇ ਕਿਹਾ ਵੀ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਮਿਲੇ ਆ, ਸਾਡੀ ਜਿਹੜੀ ਗੱਲਬਾਤ ਹੋਈ ਹੈ ਤਸੱਲੀ ਬਖਸ਼ ਹੈ। ਚਲੋ ਉਹ ਤਾਂ ਓਕੇ ਤਾਂ ਗੱਲ ਹੋਈ ਗਈ, ਪਰ ਇੱਕ ਕੱਲ੍ਹ ਜਿਹੜੀ ਨਾਖੁਸ਼ਗਵਾਰ ਗੱਲ ਹੋਈ ਹੈ ਉਹ ਇਹ ਹੋਈ ਹੈ ਕਿ ਮਹਿਕਮਾ ਪੁਲਿਸ ਨੇ ਕੱਲ੍ਹ ਥੋੜ੍ਹੀ ਜ਼ਿਆਦਤੀ ਕੀਤੀ। ਅੱਛਾ ਜੀ। ਪੰਜਾਬ ਭਵਨ ਦੇ ਵਿੱਚ ਜਦੋਂ ਜਾ ਰਹੇ ਸੀ ਮੂਹਰੇ ਲੈਣ ਵਾਸਤੇ ਕਿਸਾਨਾਂ ਨੂੰ, ਆ ਗਏ ਆਪਣੇ ਨਾਭਾ ਸਾਹਿਬ, ਅੱਛਾ ਜੀ, ਰਣਦੀਪ ਸਿੰਘ ਨਾਭਾ ਵੀ ਆਓ ਜੀ ਕਿਸਾਨ ਸਾਹਿਬ। ਉਹ ਕੁਛ ਇੱਕ ਨੂੰ ਜਿਹਨਾਂ ਨਾਲ ਜਾਣਦੇ ਹੁੰਦੇ ਹੱਥ ਮਿਲਾ ਲਿਓ, ਆ ਜਾਓ ਮੂਹਰੇ ਤੁਰ ਪਏ। ਕੁਛ ਪਿਛਾਂਹ ਰਹਿ ਗਏ, ਜਿਹੜੇ ਪਿਛਾਂਹ ਰਹਿ ਗਏ, ਜਿਹੜੇ ਗਾਂਹ ਟੱਪ ਗਏ ਤੇ ਉਹ ਤੋਂ ਬਾਅਦ ਫਟਕ ਲਾਤਾ। ਕਹਿੰਦੇ ਜੀ ਹੁਣ ਨਹੀਂ ਤੁਸੀਂ ਅੱਗੇ ਜਾ ਸਕਦੇ। ਹੁਣ ਉਹ ਕਿਸਾਨਾਂ ਨੂੰ ਕਿਸੇ ਨੇ ਪੁੱਛਿਆ ਸੀ ਕਿ ਠੂਹਾਂ ਜ਼ਹਿਰੀਲਾ ਕਿਹੜਾ ਹੁੰਦਾ ਹੈ, ਜਿਹੜਾ ਡੰਗ ਮਾਰੇ? ਉਹ ਸਿਆਣਾ ਕਹਿੰਦਾ ਵੀ ਜਿਹਦੀ ਮਰਜ਼ੀ ਹੈ ਤੂੰ ਪੁੱਛ ਨੂੰ ਹੱਥ ਥਲਾ ਕੇ ਦੇਖ ਲਾ, ਉੱਥੋਂ ਪਤਾ ਲੱਗ ਜੂ ਵੀ ਜ਼ਹਿਰੀਲਾ ਕਿਹੜਾ ਹੈ। ਜਿਹਨੇ ਡੰਗ ਮਾਰੇ ਉਹੀ ਨਾ। ਉਹ ਫਿਰ ਉਹਨਾਂ ਨੂੰ ਇਹ ਵੀ ਡੰਗ ਮਾਰਨ ਵਾਲੇ ਉਹਨਾਂ ਨੇ ਉੱਥੇ ਕਲੇਸ਼ ਪਾ ਲਿਆ। ਜਿੰਦਾਬਾਦ ਮੁਰਦਾਬਾਦ ਸ਼ੁਰੂ ਹੋ ਗਈ, ਜਦੋਂ ਤੂੰ ਤੜਕ ਹੋ ਗਈ, ਫਿਰ ਚੰਨੀ ਸਾਹਿਬ ਨੂੰ ਪਤਾ ਲੱਗਾ ਵੀ ਗਲਤ ਹੈ, ਗੜਬੜ ਹੋ ਗਈ। ਫਿਰ ਚੰਨੀ ਸਾਹਿਬ ਆਪ ਆਓ ਜੀ। ਮਤਲਬ ਥੋੜ੍ਹਾ ਜਿਹਾ ਇਹਦੇ ਤੇ ਵੀ ਚੰਨੀ ਸਾਹਿਬ ਨੂੰ, ਬਾਕੀ ਗੱਲ ਤਾਂ ਚਲੋ ਠੀਕ ਆ, ਕੁਛ ਹੋਵੇ ਨਾ ਹੋਵੇ, ਕੋਈ ਦਿਓ ਨਾ ਦਿਓ, ਘੱਟੋ ਘੱਟ ਜਿਹੜਾ ਇੱਕ ਬੰਦੇ ਦੀ ਡਿਗਨਿਟੀ ਹੈ ਉਹ ਤਾਂ ਰੱਖੋ, ਇੱਕ ਬੰਦੇ ਦਾ ਜਿਹੜਾ ਸਤਿਕਾਰ ਬਰਕਰਾਰ ਰੱਖੋ। ਇਹ ਵਰਦੀ ਵਾਲੇ ਮੁੰਡੇ ਕੁੜੀਆਂ ਵੀ ਸਾਡੇ ਘਰਾਂ ਚੋਂ ਗਏ, ਪਰ ਉਹ ਕਰਨ ਕੀ? ਕਿਉਂਕਿ ਉਹਨਾਂ ਨੂੰ ਉੱਪਰਲਾ ਉਹਨਾਂ ਦਾ ਹਾਕਮ ਕਹਿੰਦੇ ਕਿ ਇੱਥੋਂ ਆਏ ਨਹੀਂ ਟੱਪਣ ਦੇਣਾ। ਇਹ ਚੰਨੀ ਸਾਹਿਬ ਨੂੰ ਚਾਹੀਦਾ ਕਿ ਤੁਸੀਂ ਆਪਣੇ ਅਫਸਰਾਂ ਨਾਲ ਗੱਲ ਕਰੋ, ਉਹਨਾਂ ਨੂੰ ਸਮਝਾਓ ਕਿ ਭਾਈ ਆਹ ਦਿਨ ਥੋੜ੍ਹੇ ਹੈ, ਇਹਨਾਂ ਦਿਨਾਂ ਦੇ ਵਿੱਚ ਘੱਟੋ ਘੱਟ ਲੋਕਾਂ ਨੂੰ ਤਕਲੀਫ ਨਾ ਆਵੇ, ਪੁਲਿਸ ਮੁਲਾਜ਼ਮ ਉਹਨਾਂ ਦੇ ਨਾਲ ਤਹੱਮਲ ਨਾਲ ਪੇਸ਼ ਆਉਣ। ਜੀ। ਤੇ ਢਿੱਲੋਂ ਸਾਹਿਬ, ਆਪਾਂ ਇਖਲਾਕ ਦੀ ਗੱਲ ਕੀਤੀ ਸੀ, ਆਚਰਨ ਦੀ ਗੱਲ ਕੀਤੀ ਸੀ। ਹੁਣ ਆਚਰਨ ਦੀਆਂ ਕਦਰਾਂ ਕੀਮਤਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦੱਸ ਰਹੇ ਨੇ ਵੀ ਵਿਧਾਇਕਾਂ ਦਾ ਜਿਹੜਾ ਆਚਰਨ ਦੇ ਪੈਰਾਮੀਟਰ ਜਿਹੜੇ ਉਹ ਆ ਹੋਣੇ ਚਾਹੀਦੇ, ਉਹ ਕਿਹੜੇ ਹੋਣੇ ਚਾਹੀਦੇ ਆ? ਦੇਖੋ, ਪ੍ਰਧਾਨ ਮੰਤਰੀ ਸਾਹਿਬ ਨੇ ਜਦੋਂ ਕਦਰਾਂ ਕੀਮਤਾਂ ਦੀ ਗੱਲ ਕੀਤੀ ਹੈ, ਪਹਿਲੀ ਗੱਲ ਤਾਂ ਦੇਖਣੇ ਕੀਤੀ ਕਿੱਥੇ ਹੈ। ਜਿਹੜੀ ਆਲ ਇੰਡੀਆ ਪ੍ਰੈਜ਼ਾਈਡਿੰਗ ਆਫੀਸਰਜ਼ ਕਾਨਫਰੰਸ ਹੈ, ਉਹਦੀ 100ਵੀਂ ਵਰ੍ਹੇਗੰਢ ਦੇ ਮੌਕੇ 'ਤੇ ਕੱਲ੍ਹ ਉਹਨਾਂ ਨੇ ਜਿਹੜੇ ਪ੍ਰੈਜ਼ਾਈਡਿੰਗ ਆਫੀਸਰ ਹੈ ਉਹਨਾਂ ਨੂੰ ਸੰਬੋਧਨ ਕਰ ਰਹੇ ਸੀ। ਪ੍ਰੈਜ਼ਾਈਡਿੰਗ ਆਫੀਸਰ ਕੌਣ ਹੈ? ਜਿਨ੍ਹਾਂ ਨੂੰ ਅਸੀਂ ਸਪੀਕਰ ਕਹਿ ਦਿੰਦੇ ਹਾਂ, ਜਿਨ੍ਹਾਂ ਨੂੰ ਅਸੀਂ ਚੇਅਰਮੈਨ ਉਪ ਚੇਅਰਮੈਨ ਕਹਿ ਦਿੰਦੇ ਹਾਂ, ਉਹ ਹੁੰਦੇ ਆ। ਉਹਨਾਂ ਨੂੰ ਕੱਲ੍ਹ ਉਹਨਾਂ ਨੇ ਐਡਰੈਸ ਕੀਤਾ ਸੀ। ਲੋਕ ਸਭਾ ਦੇ ਸਪੀਕਰ ਓਮ ਪ੍ਰਕਾਸ਼ ਬਿਰਲਾ ਹੋਰਾਂ ਨੇ ਵੀ ਸੰਬੋਧਨ ਕੀਤਾ ਸੀ, ਔਰ ਸਾਰੇ ਉਹਦੇ 'ਚ ਫਿਰ ਆਪੋ ਆਪਣੇ ਜਿਹੜੇ ਹੈਗੇ ਖਿਆਲਾਤ ਵੀ ਰੱਖੇ ਜਾਂਦੇ ਆ। ਪ੍ਰਧਾਨ ਮੰਤਰੀ ਨੇ ਆਪਣੇ ਵਿਚਾਰ ਰੱਖੇ ਤੇ ਉਹਨਾਂ ਨੇ ਵਿਚਾਰ ਬਹੁਤ ਸੋਹਣੇ ਰੱਖੇ। ਅੱਛਾ ਜੀ। ਉਹ ਕਹਿੰਦੇ ਵੀ ਜਿਹੜੇ ਚੁਣੇ ਹੋਏ ਸਾਡੇ ਜਿਹੜੇ ਹੈਗੇ ਆ ਨਾ ਵਿਧਾਇਕ ਹੈ, ਸਾਡੇ ਪਾਰਲੀਮੈਂਟ ਦੇ ਮੈਂਬਰ ਹੈ, ਜਿਹੜੇ ਚੁਣੇ ਹੋਏ ਸਾਡੇ ਪ੍ਰਤੀਨਿਧ ਹੈ ਜੀ, ਉਹਨਾਂ ਦਾ ਆਚਰਨ ਜਿਹੜਾ ਹੈਗਾ ਉਹ ਭਾਰਤੀ ਕਦਰਾਂ ਕੀਮਤਾਂ ਦੇ ਅਨੁਸਾਰ ਹੋਣਾ ਚਾਹੀਦਾ। ਹੁਣ ਭਾਰਤੀ ਕਦਰਾਂ ਕੀਮਤਾਂ ਕਿਹੋ ਜਿਹੀਆਂ ਹੋਣ ਜੀ, ਵੇਖਣ ਵਾਲੀ ਗੱਲ ਇਹ। ਭਾਰਤੀ ਕਦਰਾਂ ਕੀਮਤਾਂ ਤਾਂ ਬੜੀਆਂ ਜਿਹੜੀਆਂ ਹੈਗੀਆਂ ਜੀ, ਜਿਨ੍ਹਾਂ ਨੂੰ ਅਸੀਂ ਕਹਿ ਦਈਏ ਡੈਮੋਕ੍ਰੇਟਿਕ ਹੈ। ਸਾਡੇ ਤਾਂ ਜੇ ਅਸੀਂ ਪੰਜਾਬ ਦੀ ਗੱਲ ਕਰ ਲਈਏ, ਪੰਜਾਬ ਦੇ ਵਿੱਚ ਸਾਡੇ ਗੁਰੂਆਂ ਨੇ ਜੀ ਜਦੋਂ ਖਾਲਸਾ ਪੰਥ ਸਾਜਿਆ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਜੀ, ਉਦੋਂ ਉਹਨਾਂ ਨੇ ਪਹਿਲਾਂ 5 ਪਿਆਰਿਆਂ ਨੂੰ ਅੰਮ੍ਰਿਤ ਪਾਨ ਕਰਵਾਇਆ, ਫਿਰ ਉਹਨਾਂ ਤੋਂ ਆਪ ਅੰਮ੍ਰਿਤ ਪਾਨ ਕੀਤਾ ਤੇ ਕਿਹਾ ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ। ਗੁਰੂ ਵੀ ਆਪ ਤੇ ਚੇਲਾ ਵੀ ਆਪ। ਤੇ ਫਿਰ ਇਹ ਵੀ ਗੱਲ ਕਹਿਤੀ ਸੀ ਕਿ ਗੁਰੂ ਵੀ ਵਿਸਵੇ ਤੇ ਸੰਗਤ
21ਵੇਂ ਵੱਡਾ ਰੱਖਤਾ, ਸੰਗਤ ਨੂੰ ਵੱਡਾ ਰੱਖਤਾ ਸੀ। ਫਿਰ ਇਹ ਵੀ ਕਹਿਤਾ ਸੀ ਕਿ 5 ਪਿਆਰੇ ਜਿਹੜੇ ਹੈਗੇ ਪੰਜ ਪ੍ਰਧਾਨੀ ਫੈਸਲਾ, ਉਹ ਫੈਸਲਾ ਜਿਹੜਾ ਵਧੀਆ ਹੋਊ, ਇਹਨੂੰ ਅਸੀਂ ਕਵਾਂਗੇ ਭਾਰਤੀ ਜਿਹੜੀਆਂ ਕਦਰਾਂ ਕੀਮਤਾਂ। ਇਹ ਭਾਰਤੀ ਕਦਰਾਂ ਕੀਮਤਾਂ ਮੈਂ ਗੁਰੂਆਂ ਦੀ ਮਿਸਾਲ ਕਿਉਂ ਦਿੱਤੀ ਹੈ ਕਿ ਕਿਉਂਕਿ ਗੁਰੂਆਂ ਨੂੰ ਅਸੀਂ ਇਕੱਲੇ ਸਿੱਖ ਧਰਮ ਤੱਕ ਜਾਂ ਪੰਜਾਬ ਤੱਕ ਸੀਮਿਤ ਕਰਕੇ ਨਹੀਂ ਦੇਖ ਸਕਦੇ। ਜਿਹੜੇ ਸਾਡੇ ਸਿੱਖ ਧਰਮ, ਸਭ ਤੋਂ ਪਹਿਲੀ ਗੱਲ ਤਾਂ ਆਪਾਂ ਕਹਿ ਸਕਦੇ ਹਾਂ ਕਿ ਜਵਾਨ ਧਰਮ ਹੈ, ਜੀ ਨਵਾਂ ਧਰਮ ਹੈ। ਔਰ ਦੂਜਾ ਹੈ ਕਿ ਇਸ ਧਰਮ ਦਾ ਵਿਸਥਾਰ ਸਮੁੱਚੀ ਦੁਨੀਆ ਦੇ ਵਿੱਚ ਹੋਇਆ। ਕੱਲ ਆਪਾਂ ਬਾਬੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਮਨਾ ਰਹੇ। ਬਿਲਕੁਲ ਜੀ, ਉਹ ਪ੍ਰਕਾਸ਼ ਉਤਸਵ ਦੀ ਤੁਸੀਂ ਗੱਲ ਸ਼ੁਰੂ ਦੇ ਵਿੱਚ ਹੀ ਕੀਤੀ ਹੈ, ਤੇ ਬਾਬੇ ਨਾਨਕ ਨੇ ਹੀ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ, ਉਹ ਇਹ ਗੱਲ ਕਹੀ ਸੀ ਕਿ ਮਾਨਸ ਕੀ ਜਾਤ ਸਭ ਤੋਂ ਹੈ ਇੱਕ ਭਾਰਤੀ ਕਦਰਾਂ ਕੀਮਤਾਂ ਜੀ। ਪ੍ਰਧਾਨ ਮੰਤਰੀ ਸਾਹਿਬ ਹੁਣ ਇੱਕ ਕਦਰਾਂ ਕੀਮਤਾਂ ਕਿਹੜੀਆਂ ਕਹਿੰਦੇ? ਇੱਕ ਕਦਰਾਂ ਕੀਮਤਾਂ ਉਹ ਹੈ ਜਿਹੜੀਆਂ ਨਾਗਪੁਰ ਵਾਲੇ ਪੈਰਾਮੀਟਰ ਦੇ ਮੁਤਾਬਕ ਚੱਲਦੀਆਂ ਹੁੰਦੀਆਂ, ਉਹ ਕਦਰਾਂ ਕੀਮਤਾਂ। ਜਾਂ ਕਦਰਾਂ ਕੀਮਤਾਂ ਉਹ ਹੈ ਕਿ ਜਿਹੜੀਆਂ ਕਦਰਾਂ ਕੀਮਤਾਂ ਇਸ ਵੇਲੇ ਜਿਹੜੀਆਂ ਸਾਡੀ ਪਾਰਲੀਮੈਂਟ ਦੇ ਵਿੱਚ ਚੱਲ ਰਹੀਆਂ ਉਹ ਹੈ। ਜੇ ਉਹ ਹੈ ਤਾਂ ਜੀ ਉਹਨਾਂ ਤੋਂ ਤਾਂ ਮੇਰਾ ਖਿਆਲ ਹੈ ਵੀ ਤੋਬਾ ਹੀ ਹੋਣੀ ਚਾਹੀਦੀ। ਮੈਂ ਬਾਕੀ ਬਹੁਤਾ ਪਿੱਛੇ ਨਹੀਂ ਜਾਂਦਾ, ਇੱਕ ਗੱਲ ਦੇ ਉੱਤੇ ਮੈਂ ਆਊਂਗਾ, ਮੈਂ ਮਿਸਾਲ ਦੇਊਂਗਾ ਕਿ ਖੇਤੀ ਨਾਲ ਸੰਬੰਧਿਤ 3 ਜਿਹੜੇ ਹੈਗੇ ਆ ਕਾਨੂੰਨ, ਜਿਨ੍ਹਾਂ ਨੂੰ ਕਿਸਾਨ ਕਾਲੇ ਕਾਨੂੰਨ ਕਹਿੰਦੇ ਆ, ਉਹ ਆਏ ਹੈ। ਉਹਦੇ ਵਿੱਚ ਕੰਟਰੈਕਟ ਫਾਰਮਿੰਗ ਹੈ, ਇੱਕ ਮੰਡੀਆਂ ਨਾਲ ਸੰਬੰਧਿਤ ਹੈ, ਤੇ ਇੱਕ ਜਿਹੜਾ ਹੈਗਾ ਜੀ ਜ਼ਰੂਰੀ ਵਸਤਾਂ ਨਾਲ ਸੰਬੰਧਿਤ। 3 ਹੀ ਕੇਸ ਇਹ ਹੈਗੇ ਆ ਮੋਟੇ ਜੀ। ਇਹ ਜਦੋਂ ਆਏ ਹੈ ਤੇ ਇਹਨਾਂ ਨੂੰ ਬੜੇ ਗੈਰ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਲੈ ਕੇ ਆਏ। ਪਹਿਲਾਂ ਆਰਡੀਨੈਂਸ ਜਾਰੀ ਕੀਤੇ, ਉਹ ਅਜੇ ਤੱਕ ਲਾਗੂ ਨਹੀਂ ਹੋਇਆ। ਫਿਰ ਆਰਡੀਨੈਂਸਾਂ ਨੂੰ ਕਾਨੂੰਨ ਦੀ ਸ਼ਕਲ ਦੇ ਵਿੱਚ ਤਬਦੀਲ ਕੀਤਾ। ਕਾਨੂੰਨ ਦੀ ਸ਼ਕਲ ਦੇ ਵਿੱਚ ਤਬਦੀਲ ਕੀਤਾ, ਪਹਿਲਾਂ ਲੋਕ ਸਭਾ ਦੇ ਵਿੱਚ ਆਏ। ਲੋਕ ਸਭਾ ਦੇ ਵਿੱਚ ਉਹਦੇ ਤੇ ਜਿਹੜੀ ਬਹਿਸ ਹੋਣੀ ਚਾਹੀਦੀ ਸੀ, 1 ਦਿਨ ਦੇ ਵਿੱਚ ਹੀ ਉਸ ਕੰਮ ਨੂੰ ਮੁਕਾਤਾ। ਪ੍ਰੋਪਰ ਬਹਿਸ ਨਹੀਂ ਹੋਈ। ਫਿਰ ਉਹਨਾਂ ਨੂੰ ਰਾਜ ਸਭਾ ਦੇ ਵਿੱਚ ਆਏ। ਰਾਜ ਸਭਾ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਜੇ ਸਟਰੈਂਥ ਦੇ ਲਿਹਾਜ਼ ਨਾਲ ਦੇਖੀਏ ਤਾਂ ਉੱਥੇ ਸਰਕਾਰ ਘੱਟ ਗਿਣਤੀ ਸੀ ਉਸ ਵੇਲੇ। ਅੱਜ ਦਾ ਨਹੀਂ ਮੈਨੂੰ ਪਤਾ ਸਥਿਤੀ ਕੀ, ਉਸ ਵੇਲੇ ਘੱਟ ਗਿਣਤੀ ਸੀ। ਇਹਦੇ ਬਾਵਜੂਦ ਧੱਕੇ ਦੇ ਨਾਲ ਜੀ ਉਹ ਪਾਸ ਕਰਵਾਤਾ। ਜੋ ਧੱਕੇ ਦੇ ਨਾਲ ਪਾਸ ਕਰਵਾਤਾ, ਇਹ ਗੱਲ ਕਹੀ ਗਈ ਕਿ ਵੋਟਿੰਗ ਕਰਾਓ, ਡਿਵੀਜ਼ਨ ਆਫ ਵੋਟਸ ਕਰਾਓ। ਡਿਵੀਜ਼ਨ ਆਫ ਵੋਟਸ ਜਿਹੜੀ ਹੈਗੀ ਆ, ਉਹ ਕਹਿੰਦੇ ਜੀ ਸਭ ਨੇ ਕਹਿਤਾ, ਡਿਮਾਂਡ ਹੀ ਨਹੀਂ ਕੀਤੀ ਕਿਸੇ ਨੇ। ਔਰ ਇਹ ਪਾਰਲੀਮੈਂਟ ਦੇ ਜਿਹੜੇ ਕੈਮਰੇ ਬੋਲਦੇ ਆ ਕਿ ਜੀ ਇਹ ਡਿਮਾਂਡ ਤਾਂ ਕੀਤੀ ਸੀ, ਉਹਨੂੰ ਨਹੀਂ ਮੰਨਿਆ। ਉਹਨੂੰ ਨਾ ਮੰਨਣ ਦਾ ਨਤੀਜਾ ਕੀ ਹੋਇਆ ਤੁਸੀਂ ਦੇਖੋ ਕਿ ਪਿਛਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਦੇ ਮਾਣਯੋਗ ਜੱਜ ਸਾਹਿਬਾਨਾਂ ਨੇ ਇੱਕ ਗੱਲ ਕਹੀ ਹੈ। ਉਹਨਾਂ ਨੇ ਕਿਹਾ ਕਿ ਕਦੇ ਕਾਨੂੰਨ ਬਣਦੇ ਹੁੰਦੇ ਸੀ ਤੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਬੜੇ ਸਿਆਣੇ ਬੰਦੇ ਹੁੰਦੇ ਸੀ, ਕਾਨੂੰਨਦਾਨ ਹੁੰਦੇ ਸੀ। ਉਹਨਾਂ ਨੇ ਮਹਾਤਮਾ ਗਾਂਧੀ ਤੋਂ ਲੈ ਕੇ ਪੰਡਿਤ ਨਹਿਰੂ ਤੱਕ ਦੀ ਗੱਲ ਕੀਤੀ ਹੈ, ਕਿ ਮੌਲਾਨਾ ਆਜ਼ਾਦ ਦੀ ਗੱਲ ਕੀਤੀ ਹੈ ਕਿ ਇਹ ਲੋਕ ਕੌਣ ਸੀ। ਇਹ ਬਹੁਤ ਵੱਡੇ ਵੱਡੇ ਵਕੀਲ ਸੀ, ਵਿਦੇਸ਼ਾਂ ਦੇ ਵਿੱਚੋਂ ਪੜ੍ਹ ਕੇ ਆਏ ਸੀ। ਉਹ ਕਹਿੰਦੇ ਵੀ ਜਦੋਂ ਕੋਈ ਕਾਨੂੰਨ ਬਣਦਾ ਸੀ ਤੇ ਪਾਰਲੀਮੈਂਟ ਦੇ ਵਿੱਚ ਬਹਿਸ ਕਰਦੇ ਹੁੰਦੇ ਸੀ, ਉਦੋਂ ਉਸ ਬਹਿਸ ਦੇ ਵੱਲ ਜੱਜਾਂ ਦਾ ਵੀ ਧਿਆਨ ਹੁੰਦਾ ਸੀ। ਬਿਲਕੁਲ। ਤੇ ਹੁਣ ਤਾਂ ਜੱਜ ਉਹ ਆਪਣਾ ਤਾਂ ਇੰਨਾ ਓਵਰਬਰਡਨਡ ਹੋ ਗਈ ਹੈ ਜੁਡੀਸ਼ਰੀ, ਤੇ ਜੱਜ ਬਿਆਨ ਜਦੋਂ ਲਿਖਾਉਣ ਜਾਂਦੇ ਉਹ ਵੇਖਦੇ ਆ ਕਿ ਵਕੀਲ ਤੇ ਸਟੈਨੋ ਹੀ ਲਿਖੀ ਜਾਂਦਾ, ਜੱਜ ਤਾਂ ਸੁਣਦਾ ਹੀ ਨਹੀਂ, ਉੱਧਰ ਧਿਆਨ ਹੀ ਨਹੀਂ। ਓਵਰਬਰਡਨ ਤੋਂ ਇਲਾਵਾ ਗੱਲ ਹੈ ਉਦੋਂ ਲਿਆਕਤ ਦੀ ਗੱਲ ਵੀ ਸੀ ਨਾ। ਜਿਹੜੇ ਬੰਦਿਆਂ ਦੇ ਵਿੱਚ ਜਿਹੜੇ ਪਾਰਲੀਮੈਂਟ ਦੇ ਮੈਂਬਰ ਆ, ਉਹਨਾਂ ਦੀ ਯੋਗਤਾ ਦੀ ਗੱਲ ਸੀ, ਉਹਨਾਂ ਦੀ ਵਿਦਵਤਾ ਦੇ ਉੱਤੇ ਗੱਲ ਸੀ, ਉਹ ਕਿੱਡੇ ਜਿਨਸ ਸੀ। ਉਹ ਜਦੋਂ ਬੋਲਦੇ ਸੀ ਉਹ ਕੱਲੀ ਚੀਜ਼ ਤੇ ਵਿਚਾਰ ਕਰਦੇ ਸੀ ਕਿ ਅਸੀਂ ਇਹ ਕਾਨੂੰਨ ਬਣਾ ਰਹੇ ਹਾਂ। ਇਹਦਾ ਜੇ ਪੋਜ਼ਿਟਿਵ ਪੱਖ ਇਹ ਹੈ, ਜੇ ਸਰਕਾਰ ਵਾਲੇ ਪਾਸਿਓਂ ਪੋਜ਼ਿਟਿਵ ਪੱਖ ਰੱਖਿਆ ਜਾਂਦਾ ਸੀ ਤਾਂ ਵਿਰੋਧੀ ਧਿਰ ਦੇ ਵਿੱਚੋਂ ਸਿਆਣੇ ਜਿਹੜੇ ਹੈਗੇ ਆ ਪਾਰਲੀਮੈਂਟ ਦੇ ਮੈਂਬਰ, ਉਹ ਕਹਿੰਦੇ ਸੀ ਇਹਦੇ ਨੈਗੇਟਿਵ ਪ੍ਰਭਾਵ ਆ ਪੈਣਗੇ। ਉਦੋਂ ਜਿਹੜੇ ਵਿਰੋਧੀ ਧਿਰ ਵੱਲੋਂ ਸੁਝਾਅ ਦਿੱਤੇ ਜਾਂਦੇ ਸੀ, ਜਿਹੜੇ ਵਿਰੋਧੀ ਧਿਰ ਦੀ ਬਹਿਸ ਦੇ ਵਿੱਚੋਂ ਨੁਕਤੇ ਉੱਠਦੇ ਸੀ, ਪ੍ਰਾਈਮ ਮਿਨਿਸਟਰ ਉਹਨਾਂ ਨੂੰ ਨੋਟ ਕਰਦਾ ਹੁੰਦਾ ਸੀ, ਜਾਂ ਸੰਬੰਧਿਤ ਮਹਿਕਮੇ ਦਾ ਵਜ਼ੀਰ ਜਿਹੜੇ ਮਹਿਕਮੇ ਦੇ ਨਾਲ ਉਹ ਨੋਟ ਕਰਦਾ ਹੁੰਦਾ ਸੀ। ਫਿਰ ਉਹ ਕੱਲੀ ਗੱਲ ਦਾ ਜਵਾਬ ਦਿੰਦਾ ਹੁੰਦਾ ਸੀ। ਤੇ ਬਹੁਤੇ ਵਾਰੀ ਇਹ ਹੁੰਦਾ ਸੀ, ਪੰਡਿਤ ਨਹਿਰੂ ਦੇ ਜ਼ਮਾਨੇ 'ਚ ਹੁੰਦਾ ਰਿਹਾ ਕਿ ਹਾਂਜੀ ਆਹ ਗੱਲ ਠੀਕ ਹੈ, ਇਹ ਅਸੀਂ ਮੰਨਦੇ ਹਾਂ, ਵਿਰੋਧੀ ਧਿਰ ਨੇ ਗੱਲ ਕਹੀ ਹੈ। ਕਿ ਵਿਚਾਰ ਵਟਾਂਦਰਾ ਹੁੰਦਾ ਸੀ। ਹੁਣ ਅਸੀਂ ਉੱਪਰਲਾ ਹਾਊਸ ਕਹਿ ਦਿੰਦੇ ਹਾਂ, ਆਪਣਾ ਰਾਜ ਸਭਾ ਕਹਿ ਦਿੰਦੇ ਹਾਂ। ਰਾਜ ਸਭਾ ਦੇ ਵਿੱਚ ਉਦੋਂ ਜਿਹੜੇ ਬੰਦੇ ਕੌਣ ਜਾਂਦੇ ਸੀ ਕਿ ਜਿਹੜੇ ਬੰਦੇ ਚੁਣ ਕੇ ਨਹੀਂ ਆ ਸਕਦੇ, ਜਿਹੜੇ ਬੰਦੇ ਚੋਣਾਂ ਲੜਨਾ ਨਹੀਂ ਚਾਹੁੰਦੇ, ਪਰ ਦਿਮਾਗ ਹੁੰਦੇ, ਸਿਆਸਤ ਨਹੀਂ ਨਾ ਹੁੰਦੀ ਸੀ ਉਹਨਾਂ ਨੂੰ। ਹਾਂ, ਉਹ ਦਿਮਾਗ, ਉਹ ਸਿਆਸਤ ਕਰਨ ਉਹਨਾਂ ਦੇ ਸੁਭਾਅ ਦਾ ਹਿੱਸਾ ਨਹੀਂ ਸੀ। ਉਹਨਾਂ ਨੇ ਸਿਆਸਤ ਕਰਨੀ ਸੀ ਕਿ ਇਹ ਬੰਦੇ ਆਉਣਗੇ ਜੀ, ਇਹਨਾਂ ਬੰਦਿਆਂ ਨੇ ਆ ਕੇ ਜਿਹੜੀ ਗੱਲ ਕਰਨੀ ਹੈ, ਇਹਨਾਂ ਦਿਮਾਗਾਂ ਦਾ ਅਸੀਂ ਇਸਤੇਮਾਲ ਕਰੀਏ। ਹੇਠਲਾ ਸਦਨ ਜਿਹੜਾ ਹੈਗਾ ਪਾਸ ਕਰ ਦਿੰਦਾ ਸੀ, ਜੀ ਉੱਪਰਲਾ ਸਦਨ ਕਹਿੰਦਾ ਜੀ ਨਹੀਂ, ਇਹਦੇ 'ਚ ਗੜਬੜਾ ਲਓ, ਇਹਨੂੰ ਵਾਪਸ ਕਰ ਦਿਓ। ਫਿਰ ਉੱਤੇ ਵਿਚਾਰ ਕੀਤਾ ਜਾਂਦਾ ਸੀ, ਜੇ ਉਹ ਕੁਛ ਕਹਿੰਦੇ ਹੁੰਦੇ ਸੀ। ਅੱਜ ਉਹ ਗੱਲ ਨਹੀਂ ਹੁੰਦੀ। ਹੁਣ ਜਿਵੇਂ ਕਿਸਾਨੀ ਕਾਨੂੰਨ ਹੈਗੇ, ਕਿਸਾਨੀ ਕਾਨੂੰਨ ਨਾਲ ਦੀ ਨਾਲ ਜੀ ਉਹਨਾਂ ਨੇ ਪਾਸ ਕਰਤਾ। ਹੁਣ ਜੇ ਤਾਂ ਇਹ ਕਦਰਾਂ ਕੀਮਤਾਂ ਹੈ, ਇਹ ਕਦਰਾਂ ਕੀਮਤਾਂ ਜੀ ਭਾਰਤੀ ਲੋਕਤੰਤਰ ਨੂੰ, ਮੇਰੇ ਖਿਆਲ ਜਿਹੜਾ ਅਸਲ ਲੋਕਤੰਤਰ ਉਹਨੂੰ ਪ੍ਰਵਾਨ ਨਹੀਂ। ਜੇ ਭਾਸ਼ਣ ਵਾਸਤੇ ਭਾਸ਼ਣ ਕਰਨੇ, ਬਿਲਕੁਲ, ਫਿਰ ਤਾਂ ਇਹ ਪ੍ਰਵਾਨ ਨਹੀਂ। ਤੇ ਜੇ ਇਹਨੂੰ ਇੰਪਲੀਮੈਂਟ ਕਰਨਾ ਫਿਰ ਉਹ ਪ੍ਰਵਾਨ। ਤੁਸੀਂ ਆਏ ਭਾਰਤੀ ਕਦਰਾਂ ਕੀਮਤਾਂ ਸਿਰਫ ਪਾਰਲੀਮੈਂਟ ਦੇ ਮੈਂਬਰਾਂ ਤੇ ਵਿਧਾਇਕਾਂ ਤੇ ਲਾਗੂ ਨਹੀਂ ਹੁੰਦੀਆਂ,
ਇਹ ਜਿਹੜੇ ਹੈਗੇ ਉੱਪਰਲੀਆਂ ਵੱਡੀਆਂ ਕੁਰਸੀਆਂ ਦੇ ਉੱਤੇ ਬੈਠੇ ਲੋਕ ਆ ਉਹਨਾਂ ਤੇ ਚੱਲਦੀਆਂ ਆਫਟਰ ਹੈ ਤਾਂ ਉਹ ਵੀ ਪਾਰਲੀਮੈਂਟ ਦਾ ਹਿੱਸਾ। ਪ੍ਰਾਈਮ ਮਿਨਿਸਟਰ ਜਾਂ ਜਿਹੜੇ ਦੂਜੇ ਮਿਨਿਸਟਰ ਸਾਹਿਬਾਨ ਸਾਰੇ ਪਾਰਲੀਮੈਂਟ ਦਾ ਹਿੱਸਾ ਹੈ। ਸੋ ਕਦਰਾਂ ਕੀਮਤਾਂ ਸਭ ਤੇ ਲਾਗੂ ਹੁੰਦੀਆਂ, ਆਪਦੇ ਤੇ ਵੀ ਲਾਗੂ ਕਰੋ ਜੀ। ਢਿੱਲੋਂ ਸਾਹਿਬ, ਸੁਪਰੀਮ ਕੋਰਟ ਲਗਾਤਾਰ ਜਿਹੜੀ ਆ ਉਹ ਕੰਡ ਝਾੜ ਕਰ ਰਹੀ ਹੈ, ਜਿਹੜੇ ਲੋਕ ਕਿਸਾਨਾਂ ਬਾਰੇ ਕੁਝ ਬੋਲਦੇ ਨੇ। ਮਜਬੂਰੀ ਹੈ, ਮਜਬੂਰੀ ਹੈ ਸੁਪਰੀਮ ਕੋਰਟ ਦੀ ਕਿ ਸੱਚ ਬੋਲਣਾ ਪੈ ਰਿਹਾ ਉਹਨਾਂ ਨੂੰ। ਸੱਚ ਇਸ ਕਰਕੇ ਬੋਲਣਾ ਪੈ ਰਿਹਾ ਕਿਉਂਕਿ ਅੰਨਦਾਤੇ ਨੂੰ ਜੀ ਚਾਰਾਂ ਪਾਸਿਆਂ ਤੋਂ ਘੇਰਿਆ ਜਾ ਰਿਹਾ। ਸੁਪਰੀਮ ਕੋਰਟ ਦੇ ਵਿੱਚ ਅੱਜ ਕੱਲ੍ਹ ਜਿਹੜਾ ਹੈਗਾ ਇੱਕ ਮੁੱਦਾ ਜਿਹੜਾ ਹੈਗਾ ਬੜਾ ਛਾਇਆ ਹੋਇਆ ਜੀ, ਉਹ ਹੈ ਪ੍ਰਦੂਸ਼ਣ। NCR ਜਿਹਨੂੰ ਅਸੀਂ ਨੈਸ਼ਨਲ ਕੈਪੀਟਲ ਰੀਜਨ ਕਹਿ ਦਿੰਦੇ ਹਾਂ, ਦਿੱਲੀ ਦਾ ਆਲੇ ਦੁਆਲੇ ਦਾ ਇਲਾਕਾ, ਉੱਥੇ ਜਿਹੜਾ ਪ੍ਰਦੂਸ਼ਣ ਹੈ ਉਹਨੇ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਜੀ। ਇਹ ਸੁਪਰੀਮ ਕੋਰਟ ਦੇ ਰਿਕਾਰਡ ਤੇ ਆ ਗਈ ਕਿ ਆਪਣੇ ਘਰਾਂ ਦੇ ਵਿੱਚ ਰਹਿਣ ਸਮੇਂ ਵੀ ਸਾਨੂੰ ਮਾਸਕ ਲਾਉਣੇ ਪੈਂਦੇ। ਔਰ ਇਸ ਵੇਲੇ ਦੀ ਹਾਲਤ ਇਹ ਹੈ ਕਿ ਦਿੱਲੀ ਦੇ ਵਿੱਚ ਦਾ ਜੋ ਪਿਛਲੇ ਦਿਨਾਂ ਦੇ ਵਿੱਚ ਜੋ ਪਹਿਲੀ ਸੁਣਵਾਈ ਹੋਈ, ਦੂਜੀ ਸੁਣਵਾਈ ਹੋਈ ਤੇ ਸੁਪਰੀਮ ਕੋਰਟ ਨੇ ਥੋੜੀ ਖਿਚਾਈ ਕੀਤੀ ਜੀ ਜੀ ਕਿ ਇਹਦੇ ਤੇ ਬੈਠ ਕੇ ਤੁਸੀਂ ਕੁਝ ਕਰੋ। ਔਰ ਉਸ ਵੇਲੇ ਜਿਹੜੀ ਦਿੱਲੀ ਦੀ ਏਅਰ ਨੂੰ ਲੈ ਕੇ, ਜਿਹੜੀ ਵਾਤਾਵਰਨ ਨੂੰ ਲੈ ਕੇ ਇੱਕ ਮੈਨੇਜਮੈਂਟ ਕਮੇਟੀ ਸੈਂਟਰ ਦੀ ਬਣੀ ਹੋਈ ਹੈ, ਮੈਨੇਜਮੈਂਟ ਹੈ, ਉਸ ਮੈਨੇਜਮੈਂਟ ਨੇ ਇੱਕ ਮੀਟਿੰਗ ਕੀਤੀ ਜਿਹਦੇ ਵਿੱਚ ਹਰਿਆਣੇ ਦੇ ਆਫੀਸਰ ਵੀ ਬੁਲਾਏ ਗਏ, ਦਿੱਲੀ ਦੇ ਆਫੀਸਰ ਵੀ ਬੁਲਾਏ ਗਏ, ਕੁਝ ਉਹਦੇ 'ਚ ਫੈਸਲੇ ਲਏ ਗਏ। ਦਿੱਲੀ ਦੀ ਸਰਕਾਰ ਨੇ ਕੁਝ ਚੰਗੇ ਕੰਮ ਕੀਤੇ ਜੀ। ਦਿੱਲੀ ਦੀ ਸਰਕਾਰ ਨੇ ਕਹਿਤਾ ਜੀ ਲਓ ਅਸੀਂ ਜਿਹੜੇ ਹੈਗੇ ਹੈ ਐਤਵਾਰ ਤੱਕ ਜਿਹੜੀਆਂ ਭਾਰੀ ਗੱਡੀਆਂ, ਟਰੱਕ ਵਗੈਰਾ, ਉਹਨਾਂ ਦੀ ਆਮਦ ਦੇ ਉੱਤੇ ਪਾਬੰਦੀ ਲਾਉਣੀ ਕਿ ਉਹ ਅੰਦਰ ਨਹੀਂ ਆਉਣਗੇ। ਸਿਰਫ ਤੇ ਸਿਰਫ ਜ਼ਰੂਰੀ ਵਸਤਾਂ ਵਾਲੇ ਜਿਹੜੀਆਂ ਗੱਡੀਆਂ ਉਹੀ ਅੰਦਰ ਆਉਣਗੀਆਂ, ਦੂਜੀਆਂ ਨਹੀਂ ਆਉਣਗੀਆਂ। ਦੂਸਰਾ ਉਹਨੇ ਕਹਿੰਦਾ ਜੀ ਲਾਕਡਾਊਨ ਲਾ ਦਿੰਦੇ ਆ, ਸਾਰੇ ਲੋਕ ਆਪਣੇ ਘਰਾਂ 'ਚ ਰਹਿਣਗੇ, ਘਰਾਂ ਤੋਂ ਕੰਮ ਕਰੋ ਜੀ। ਸੈਂਟਰ ਸਰਕਾਰ ਨੂੰ ਵੀ ਇਹ ਪ੍ਰਪੋਜ਼ਲ ਦਿੱਤੀ ਸੀ, ਸੈਂਟਰ ਸਰਕਾਰ ਨੇ ਕਹਿਤਾ ਜੀ ਨਹੀਂ, ਇਹ ਗੱਲ ਨਹੀਂ ਹੋ ਸਕਦੀ ਜੀ, ਕਿਉਂਕਿ ਸੈਂਟਰ ਸਰਕਾਰ ਦੇ ਅਧਿਕਾਰੀਆਂ ਦੀਆਂ ਗੱਡੀਆਂ ਬਹੁਤ ਘੱਟ ਹੈ ਤੇ ਦਿੱਲੀ ਦੇ ਵਿੱਚ ਤਾਂ ਗੱਡੀਆਂ ਪਹਿਲਾਂ ਹੀ ਬਹੁਤ ਜ਼ਿਆਦਾ ਹੈ। ਜੇ ਉਹ ਅਨੁਪਾਤ ਦੇ ਲਿਹਾਜ਼ ਨਾਲ ਦੇਖੀਏ ਤਾਂ ਕਹਿੰਦੇ ਵੀ ਕੁਝ ਵੀ ਨਹੀਂ ਹੈ ਸਾਡੇ ਕੋਲ ਤਾਂ, ਤੇ ਨਾ ਹੀ ਕੋਈ ਸੈਂਟਰ ਦੇ ਕੰਮ ਇਸ ਕਿਸਮ ਦੇ ਆ ਕਿ ਉਹ ਜਿਹੜੇ ਵਰਕ ਫਰਮ ਹੋਮ ਨਹੀਂ ਹੋ ਸਕਦੇ। ਪਬਲਿਕ ਡੀਲਿੰਗ ਕਈ ਇਹੋ ਜਿਹੀਆਂ ਨਹੀਂ ਹੋ ਸਕਦੀ, ਕਿਹੜਾ ਕੰਪਿਊਟਰ ਦੇ ਉੱਤੇ ਹੀ ਹੋਣਾ, ਹਜੇ ਵੀ ਤਾਂ 90% ਕੰਮ ਕਿਤਾਬਾਂ 'ਚ ਹੀ ਹੁੰਦਾ ਹੈ। ਹਾਂਜੀ, ਕਿਤਾਬਾਂ 'ਚ ਹੁੰਦੀਆਂ। ਉਹਨਾਂ ਨੇ ਕੁਝ ਫੈਸਲੇ ਵੀ ਲਏ, ਲੇਕਿਨ ਕੱਲ ਸੁਪਰੀਮ ਕੋਰਟ ਦੇ ਵਿੱਚ ਇਹ ਆਇਆ, ਜਿਹੜੇ ਤੁਸ਼ਾਰ ਮਹਿਤਾ ਹੈ ਸੋਲਿਸਿਟਰ ਜਨਰਲ, ਉਹਨਾਂ ਨੇ ਇੱਕ ਗੱਲ ਕਹੀ ਹੈ। ਉਹ ਕਹਿੰਦੇ ਜੀ ਗੱਲ ਹੈ ਵੀ ਕੋਈ ਸਖਤ ਆਰਡਰ ਨਾ ਪਾਸ ਕੀਤਾ ਜਾਵੇ। ਸਾਨੂੰ ਉਮੀਦ ਹੈ ਕਿ ਅਸੀਂ ਅਗਲੇ ਦਿਨਾਂ ਤੱਕ ਜਿਹੜਾ ਹੈਗਾ ਇਹਨੂੰ ਕੰਟਰੋਲ ਕਰ ਲਾਂਗੇ। ਕੁਝ ਮੇਜਰਸ ਉਹਨਾਂ ਨੇ ਕੁਝ ਢੰਗ ਤਰੀਕੇ ਸੁਝਾਏ ਹੈ, ਅਸੀਂ ਉਹਦੇ ਤੇ ਗੱਲ ਕਰ ਰਹੇ ਹਾਂ, ਅਸੀਂ ਇਹਨੂੰ ਕੰਟਰੋਲ ਕਰ ਲਾਂਗੇ। ਛਿੜਕਾਅ ਵਗੈਰਾ ਵੀ ਕਹਿੰਦੇ ਕਰ ਰਹੇ, ਕਿਉਂਕਿ ਜੇ ਆਪਾਂ ਦੇਖੀਏ ਜਿਹੜੀ ਪਰਤ ਹੈ ਨਾ ਜੀ, ਇਹ ਪਰਤ ਕੋਈ ਬਹੁਤੀ ਉੱਚੀ ਨਹੀਂ ਹੁੰਦੀ ਜੀ। ਇਸ ਪਰਤ ਨੂੰ ਜਿਵੇਂ ਕਿਸੇ ਜ਼ਮਾਨੇ ਦੇ ਵਿੱਚ ਪਹਿਲਾਂ ਆਪਣੇ ਸਪਰੇਅ ਕਰਦੇ ਹੁੰਦੇ ਸੀ, ਉਹਨਾਂ ਸਪਰੇਆਂ, ਹੁਣ ਸਾਡੇ ਕੀ ਕਰਦੇ ਆ ਵੀ ਸਾਡੇ ਕਹਿੰਦੇ ਲਓ ਜੀ ਕਿ ਇਹਨੂੰ ਪ੍ਰਦੂਸ਼ਣ ਨੂੰ ਕਹਿੰਦੇ ਸੜਕਾਂ ਦੇ ਉੱਤੇ ਪਾਣੀ ਛਿੜਕੀ ਜਾਂਦੇ। ਸੜਕਾਂ ਤੇ ਛਿੜਕਿਆ ਪਾਣੀ ਤਾਂ ਕੁਛ ਨਹੀਂ ਕਰਦਾ, ਉਹ ਥੋੜਾ ਕਰਨਾ। ਉਹ ਤਾਂ ਜੇ ਉੱਪਰੋਂ ਜਿਹੜੀ ਜਿਹਨੂੰ ਆਪਾਂ ਕਹਿੰਦੇ ਵੀ ਆਪਣਾ ਮਨਸੂਬੀ ਬਾਰਿਸ਼ ਉਹ ਕਰਵਾਈ ਜਾਵੇ ਤੇ ਉਹਦੇ ਨਾਲ ਥੱਲੇ ਦਬੀਦਾ। ਜੇ ਹੁਣ ਦੇਖੋ ਆਪਾਂ ਥੋੜੀਆਂ ਜਿਹੀਆਂ ਕਣੀਆਂ ਆ ਜਾਣ, ਅਸਮਾਨ ਕਿਵੇਂ ਸਾਫ਼ ਹੋ ਜਾਂਦਾ। ਇਸ ਕਿਸਮ ਦੇ ਪ੍ਰਬੰਧ ਕਰਨ ਦੀ ਗੱਲ ਕਰੇ, ਲੇਕਿਨ ਕੱਲ ਗੱਲਾਂ ਦੋ ਉੱਪਰ ਕੇ ਆਈਆਂ ਜੀ ਸਾਹਮਣੇ। ਇੱਕ ਤਾਂ ਪ੍ਰਦੂਸ਼ਣ ਦੀ ਗੱਲ ਆਈ, ਉੱਥੇ ਜਦੋਂ ਕਹਿੰਦੇ ਪੁਆਇੰਟ ਬਣਾ ਲਿਆ ਜੀ, ਵੱਡੇ ਵੱਡੇ ਵਕੀਲ ਹੈ, ਕਹਿੰਦੇ ਦੇਖੋ ਜੀ ਪਰਾਲੀ, ਤੇ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਪਰਾਲੀ ਨੂੰ ਅੱਗ ਲੱਗਦੀ ਹੈ। ਪਰਾਲੀ ਨੂੰ ਅੱਗ ਲੱਗਦੀ ਕਿਉਂ ਹੈ? ਕਿਸਾਨ ਕਿਉਂ ਲਾਉਂਦੇ ਦੱਸੋ? ਕਹਿੰਦੇ ਜੀ ਕਿਸਾਨ ਲਾਉਂਦੇ ਆ, ਉਹ ਕਹਿੰਦੇ ਵੀ ਕਿਸਾਨਾਂ ਨੇ ਅਗਲੀ ਫਸਲ ਵਾਸਤੇ ਆਪਣੀ ਜ਼ਮੀਨ ਤਿਆਰ ਕਰਨੀ, ਉਹਨਾਂ ਨੂੰ ਉਹ ਚਾਹੀਦਾ ਵਿਹਲਾ ਬਾਣ ਜੀ। ਬਾਣ ਨੂੰ ਵਿਹਲਾ ਕਰਨ ਵਾਸਤੇ ਕਿਸਾਨ ਕੀ ਕਰਨ? ਕਿਸਾਨਾਂ ਦੇ ਕੋਲ ਐਵਰੇਜ ਜਿਹੜੀ ਜ਼ਮੀਨ ਹੈ ਇੱਕ ਕਿਸਾਨ ਕੋਲੇ ਕਿੰਨੀ ਕੁ, ਇੱਕ ਟੱਬਰ ਕੋਲੇ ਕਿੰਨੀ ਕੀ ਹੈ? 2-2, 2.5 ਏਕੜ। ਜਿਹੜੀ ਮਸ਼ੀਨਰੀ ਤੁਸੀਂ ਬਣਾਈ ਹੈ ਪਰਾਲੀ ਨੂੰ ਸਮੇਟਣ ਵਾਲੀ, ਉਹ ਮਸ਼ੀਨਰੀ ਦੀ ਕੀਮਤ ਕਿੰਨੀ ਹੈ? ਕੀਮਤ ਲਾਓ, ਕਹਿੰਦੇ ਵੀ ਕਿਸਾਨ ਇਹ ਖਰੀਦੂਗਾ ਕਿਵੇਂ ਜੀ? ਫਿਰ ਕਰਜ਼ਾ ਕਿਵੇਂ ਕਿਸਾਨ ਕਿਉਂ ਲਊਗਾ? ਜੇ ਇੱਕ ਵਾਰੀ ਤੁਹਾਡੇ ਯਾਦ ਹੋਣਾ, ਸੁਪਰੀਮ ਕੋਰਟ ਨੇ ਫੈਸਲਾ ਕੀਤਾ ਸੀ ਕਿ ਪਰਾਲੀ ਨੂੰ ਅੱਗ ਲਾਉਣ ਤੋਂ ਬਚਾਉਣ ਵਾਸਤੇ ਜੀ ਪ੍ਰਤੀ ਏਕੜ 100 ਰੁਪਇਆ ਕਿਸਾਨਾਂ ਨੂੰ ਮੁਆਵਜ਼ਾ ਦਿਓ। ਉਹ ਇੰਪਲੀਮੈਂਟ ਨਹੀਂ ਹੋਇਆ, ਕਿਸੇ ਨੇ ਦਿੱਤਾ ਨੀਗਾ। ਇਹਦੇ ਤੇ ਫਿਰ ਆ ਗਿਆ ਜੀ ਮੁਕੱਦਮੇ ਨਾ ਬਣਾਏ ਜਾਣ। ਫਿਰ ਉਹ ਆ ਗਏ ਜੀ ਮੁਕੱਦਮੇ ਤਾਂ ਬਣਾਏ ਜਾਣਗੇ, ਮੁਕੱਦਮੇ ਤੋਂ ਬਗੈਰ ਗੱਲ ਕਿਵੇਂ ਚੱਲੂਗੀ ਜੀ? ਫਿਰ ਉਹਨਾਂ ਨੇ ਇਹਨੂੰ ਹਟਾਈਏ। ਫਿਰ ਇੱਕ ਅੰਕੜਾ ਆ ਗਿਆ ਵੀ ਇਹ ਹੈ ਕਿੰਨੇ ਕੁ, ਪਤਾ ਲੱਗਿਆ ਵੀ ਤਾਂ ਬਹੁਤ ਹੀ ਘੱਟ ਹੈ, ਬਹੁਤ ਘੱਟ ਹੈ। ਕਹਿੰਦੇ ਜੀ ਪੰਜਾਬ ਤੇ ਹਰਿਆਣਾ, ਤੇ ਉਹਦੇ ਉੱਤੇ ਵੀ ਗੱਲ ਆਈ ਕਿ ਪੰਜਾਬ ਤੇ ਹਰਿਆਣੇ ਦੇ ਵਿੱਚ ਫਿਰ ਜਿੱਥੇ ਅੱਗ ਲੱਗਦੀ ਹੈ ਉੱਥੇ ਪ੍ਰਦੂਸ਼ਣ ਕਿਉਂ ਨਹੀਂ ਫੈਲਦਾ? ਦਿੱਲੀ 'ਚ ਕਿਉਂ ਆਉਂਦਾ? ਇੱਧਰ ਕਿਉਂ ਜਾਂਦਾ? ਆਪਣੇ ਤੁਹਾਡੇ ਤੁਸੀਂ ਦਿੱਲੀ ਦੇ ਆਲੇ ਦੁਆਲੇ ਦੇਖੋ ਤਾਂ ਸੀ ਫੈਕਟਰੀਆਂ ਕਿੰਨੀਆਂ, ਉਹਨਾਂ ਦਾ ਕੋਈ ਗਿਣਦਾ ਹੀ ਨਹੀਂ। ਸਾਰਾ ਕੁਛ ਆ ਗਿਆ। ਇਹ ਉਹੀ ਹੋ ਗਿਆ ਨਾ, ਸ਼ਾਹੂਕਾਰਾਂ ਦਾ
ਉਹ ਗੱਲ ਵੀ ਮਾੜੇ ਦੀ ਜਨਾਨੀ ਹੁੰਦੀ, ਭਾਬੀ ਸਭ ਦੀ। ਉਹ ਕਿਸਾਨ ਮਾੜਾ ਹੁੰਦਾ, ਭਾਬੀ ਬਣਾ ਲੈਂਦੇ ਆ। ਜਿਹੜੇ ਇੱਕ ਇੱਕ ਫੈਕਟਰੀ ਜਿਹੜੀ ਪ੍ਰਦੂਸ਼ਣ ਕਰਦਾ ਉਹ ਦਿਸਦਾ ਨਹੀਂ ਕਿਸੇ। ਨਹੀਂ, ਤੇਰਾ ਕੁੱਤਾ ਕੁੱਤਾ ਤੇ ਮੇਰਾ ਕੁੱਤਾ ਟੌਮੀ। ਹਾਂ, ਉਹ ਟੌਮੀ ਹੈ ਨਾ ਵੀ ਇਹ ਸਾਡੇ ਤਾਂ ਦਿੱਲੀ ਵਾਲੇ ਰਾਜਧਾਨੀ ਵਾਲੇ, ਤੇ ਇਹ ਅੱਗ ਕਿਉਂ ਆਉਂਦੇ ਜੀ। ਇਹਨਾਂ ਦੇ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜੇ ਦਿੱਲੀ ਦੇ ਵਿੱਚ 5 ਤਾਰਾ ਤੇ 7 ਤਾਰਾ ਹੋਟਲ ਹੈ ਨਾ, ਉਹਨਾਂ ਦੇ ਠੰਡੇ ਕਮਰਿਆਂ 'ਚ ਏਸੀਆਂ ਦੇ ਵਿੱਚ ਬੈਠ ਕੇ ਕੁਝ ਲੋਕ ਕਿਸਾਨੀ ਨੂੰ ਬਦਨਾਮ ਕਰ ਰਹੇ ਜੀ। ਕਿਸਾਨੀ ਦੀ ਜਿਹੜੀ ਹਾਲਤ ਆ, ਤੁਸੀਂ ਦੇਖੋ ਕਿ ਕਿਸਾਨੀ ਦੀ ਹਾਲਤ ਕੀ ਹੈ। ਅਸੀਂ ਇਹ ਗੱਲ ਬਰਦਾਸ਼ਤ ਨਹੀਂ ਕਰਾਂਗੇ ਜੀ। ਦੂਜੀ ਗੱਲ, ਜਦੋਂ ਪ੍ਰਦੂਸ਼ਣ ਦੀ ਗੱਲ ਚੱਲੀ ਸੀ ਤੇ ਉਹ ਬਹੁਤ ਕਮਾਲ ਦੀ ਗੱਲ ਕਹੀ ਹੈ ਸੁਪਰੀਮ ਕੋਰਟ ਨੇ ਕੱਲ੍ਹ ਜੀ। ਅੱਛਾ ਜੀ। ਉਹ ਕਹਿੰਦੇ ਵੀ ਜਿਹੜਾ ਪ੍ਰਦੂਸ਼ਣ ਪਰਾਲੀ ਨਾਲ ਨਹੀਂ, ਉਹਨਾਂ ਪ੍ਰਦੂਸ਼ਣ ਫੈਲਦਾ ਹੈ ਜਿੰਨਾ ਟੀਵੀ ਦੀਆਂ ਡਿਬੇਟਾਂ ਦੇ ਵਿੱਚ ਬੈਠ ਕੇ ਫੈਲਾਇਆ ਜਾਂਦਾ ਹੈ। ਉਹ ਕਹਿੰਦੇ ਉੱਥੇ ਬੈਠਣ ਵਾਲੇ ਹਰ ਵਿਅਕਤੀ ਦਾ ਇੱਕ ਏਜੰਡਾ ਹੁੰਦਾ ਹੈ। ਬਿਲਕੁਲ ਤੈਅ ਕੀਤਾ ਹੁੰਦਾ। ਅਦਾਲਤਾਂ ਦੇ ਵਿੱਚ ਵੀ ਉਹਨਾਂ ਏਜੰਡਿਆਂ ਦੇ ਮੁਤਾਬਕ ਅਦਾਲਤਾਂ ਨੂੰ ਚਲਾਉਣਾ ਚਾਹੁੰਦੇ, ਇੱਥੇ ਇੱਕ ਪੁਆਇੰਟ ਖੜਾ ਕੀਤਾ ਜਾਂਦਾ। ਉਸ ਪੁਆਇੰਟ ਦੇ ਉੱਤੇ ਅਦਾਲਤ ਦੀ ਕੋਈ ਟਿੱਪਣੀ ਲਈ ਅਦਾਲਤ ਮਜਬੂਰ ਹੋ ਜਾਂਦੀ ਹੈ, ਫਿਰ ਉਹਨਾਂ ਦੇ ਉੱਤੇ ਡਿਬੇਟਾਂ ਹੁੰਦੀਆਂ, ਉਹਦੇ ਫਿਰ ਪੁੱਠੇ ਸਿੱਧੇ ਅਰਥ ਕੱਢੇ ਜਾਂਦੇ। ਜਿਹੜਾ ਉਹ ਪ੍ਰਦੂਸ਼ਣ ਫੈਲਾਇਆ ਜਾਂਦਾ ਨਾ, ਤੇ ਉਹ ਪ੍ਰਦੂਸ਼ਣ ਬੜਾ ਖਤਰਨਾਕ ਹੈ। ਤੇ ਦਨੇੜੀਆ ਸਾਹਿਬ, ਜਦੋਂ ਆਪਾਂ ਉਸ ਪ੍ਰਦੂਸ਼ਣ ਦੀ ਗੱਲ ਕਰਦੇ ਹਾਂ, ਅੱਜ ਜਿਹੜਾ ਹੈਗਾ, ਅੱਜ ਜਿਹੜਾ ਵਰਨਿੰਗ ਇਸ਼ੂ ਹੈ, ਉਹ ਵਰਨਿੰਗ ਇਸ਼ੂ ਕਿਸਾਨੀ ਮੁੱਦਾ ਹੈ ਜੀ। ਕਿਸਾਨੀ ਮੁੱਦੇ ਦੀ ਬਜਾਏ ਗੱਲ ਹਿੰਦੂ ਤੇ ਸਿੱਖ ਦੀ ਹੋ ਰਹੀ ਹੈ, ਗੱਲ ਹਿੰਦੂ ਤੇ ਮੁਸਲਮਾਨ ਦੀ ਹੋ ਰਹੀ ਹੈ। ਡਿਬੇਟਾਂ ਦੇ ਵਿੱਚ ਕੋਈ ਨਾ ਕੋਈ ਮਤਲਬ ਏਜੰਡਾ ਤੈਅ ਕਰ ਲੈਂਦੇ। ਤਾਂ ਸੁਪਰੀਮ ਕੋਰਟ ਨੇ ਜਿਹੜੀਆਂ ਕੱਲ੍ਹ ਟਿੱਪਣੀਆਂ ਕੀਤੀਆਂ, ਜਿਹੜੀਆਂ ਟਿੱਪਣੀਆਂ ਬਾ ਕਮਾਲ ਹੈ, ਔਰ ਅਸੀਂ ਸ਼ੁਕਰਗੁਜ਼ਾਰ ਹਾਂ ਸੁਪਰੀਮ ਕੋਰਟ ਦੇ ਵੀ। ਘੱਟੋ ਘੱਟ ਜਿਸ ਕਿਸਾਨ ਦੀ ਹੋਰ ਕੋਈ ਬਾਂਹ ਫੜਨ ਨੂੰ ਤਿਆਰ ਨਹੀਂ, ਸਰਕਾਰਾਂ ਜਿਹੜੀਆਂ ਜਿਹਨੂੰ ਮਾਈ ਬਾਪ ਕਹਿੰਦੇ, ਜੇ ਮਾਈ ਬਾਪ ਬਾਂਹ ਫੜਨ ਨੂੰ ਤਿਆਰ ਨਹੀਂ, ਘੱਟੋ ਘੱਟ ਸੁਪਰੀਮ ਕੋਰਟ ਨੇ ਉਹਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਜੀ। ਤੇ ਹੈਦਰਪੁਰ ਦੇ ਮੁਕਾਬਲੇ ਦੇ ਉੱਤੇ ਕੀ ਅਪਡੇਟ ਹੈ ਜੀ? ਹੈਦਰਪੁਰ ਮੁਕਾਬਲਾ ਜਿਹੜਾ ਹੈ ਜੀ, ਹੈਦਰਪੁਰ ਸ਼੍ਰੀਨਗਰ ਦੇ ਵਿੱਚ ਇੱਕ ਇਲਾਕਾ ਹੈ। ਉਸ ਇਲਾਕੇ ਦੇ ਵਿੱਚ ਕਹਿੰਦੇ ਜੀ ਸਿਕਿਉਰਿਟੀ ਫੋਰਸਿਸ ਦੇ ਨਾਲ ਮੁਕਾਬਲਾ ਹੋਇਆ, ਤੇ ਮੁਕਾਬਲੇ ਦੇ ਵਿੱਚ 4 ਬੰਦੇ ਮਾਰੇ ਗਏ ਜੀ। ਉਹਦੇ ਵਿੱਚ 2 ਬੰਦੇ ਜਿਹੜੇ ਹੈਗੇ ਆ ਜੀ, ਉਹ ਮਾਰੇ ਗਏ, ਜਿਨ੍ਹਾਂ ਨੂੰ ਕਿਹਾ ਗਿਆ ਜੀ, ਇੱਕ ਤਾਂ ਪਾਕਿਸਤਾਨੀ ਅੱਤਵਾਦੀ ਸੀ ਜੀ, ਉਹਦਾ ਨਾਂ ਸ਼ਾਇਦ ਹੈਦਰ ਹੈ, ਇੱਕ ਉਹ ਸੀ, ਤੇ ਇੱਕ ਉਹਦੇ ਨਾਲ ਹੋਰ ਸੀਗਾ ਬੰਦਾ, ਉਹ ਸਾਡਾ ਲੋਕਲ ਹੈ ਜੀ, ਉਹ ਮਾਰਿਆ ਗਿਆ। ਔਰ 2 ਬੰਦੇ ਜਿਹੜੇ ਹੈ ਉਹ ਆਮ ਬੰਦੇ ਮਾਰੇ ਗਏ ਜੀ, ਕਹਿੰਦੇ ਕਿ ਜਿਨ੍ਹਾਂ ਦਾ ਕੋਈ ਲਾਗਾ ਦੇਗਾ ਨਹੀਂ ਸੀ। ਪਰ ਇਹ ਫਿਰ ਕਿਹਾ ਕਿ ਉੱਥੇ ਇੱਕ ਕਾਲ ਸੈਂਟਰ ਸੀ, ਇਹ ਕਾਲ ਸੈਂਟਰ ਕਹਿੰਦੇ ਉਹਨਾਂ ਦਾ ਖਾੜਕੂਆਂ ਦਾ ਜਾਂ ਅੱਤਵਾਦੀਆਂ ਦਾ ਅੱਡਾ ਸੀ ਜੀ, ਤੇ ਉਸ ਅੱਡੇ ਦੇ ਉੱਤੇ ਉਹ ਆਉਂਦੇ ਹੁੰਦੇ ਸੀ। ਜਿਹੜਾ ਹੈਦਰ ਦੇ ਨਾਲ ਦੂਜਾ ਬੰਦਾ ਸੀ ਜੀ, ਉਹਦਾ ਨਾਮ ਮੁਹੰਮਦ ਆਮਿਰ। ਅੱਛਾ। ਮੁਹੰਮਦ ਆਮਿਰ ਦਾ ਜਿਹੜਾ ਬਾਪ ਹੈ, ਉਹਨੇ 2005 ਦੇ ਵਿੱਚ ਜੀ ਇੱਕ ਅੱਤਵਾਦੀ ਨੂੰ ਮਾਰਤਾ ਸੀ। ਕਿਉਂ ਮਾਰਿਆ ਸੀ? ਕਿਉਂਕਿ ਉਹਦੇ ਬਾਪ ਦੇ ਭਰਾ ਦੇ ਉੱਤੇ ਹਮਲਾ ਕਰਤਾ ਸੀ ਤੇ ਉਹਨੂੰ ਕਤਲ ਕਰਤਾ ਸੀ। ਜਦੋਂ ਕਤਲ ਕਰਕੇ ਅੱਤਵਾਦੀ ਭੱਜ ਰਹੇ ਸੀ, ਉਸ ਵੇਲੇ ਉਹਨੇ ਪੱਥਰ ਦੇ ਨਾਲ ਉਹਨਾਂ ਤੇ ਹਮਲਾ ਕਰਤਾ। ਇੱਕ ਪੱਥਰ ਵੱਜਿਆ ਅੱਤਵਾਦੀ ਨੂੰ, ਉਹ ਡਿੱਗ ਪਿਆ, ਤੇ ਉਹਨੇ ਫਿਰ ਪੱਥਰ ਮਾਰ ਕੇ ਉਹਨੂੰ ਕੁਚਲ ਕੇ ਮਾਰਤਾ ਸੀ। 2005 ਤੋਂ ਲੈ ਕੇ ਤੇ ਉਹ ਬੰਦਾ ਹੁਣ ਤੱਕ ਲੁਕ ਛਿਪ ਕੇ ਆਪਣੀ ਜ਼ਿੰਦਗੀ ਬਤਾ ਰਿਹਾ ਸੀ। ਕਿਉਂਕਿ ਜਿਹੜਾ ਕਮਾਂਡਿੰਗ ਅਫੀਸਰ ਸੀ, ਜਿਹਨੂੰ ਅਸੀਂ ਜਿਹੜਾ ਆਪਣੀ ਨਾਰਥ ਕਮਾਂਡ ਦੇ ਅਫੀਸਰ ਸੀ, ਉਹਨਾਂ ਨੇ ਇੱਕ ਸਰਟੀਫਿਕੇਟ ਦਿੱਤਾ ਸੀ ਉਹਨੂੰ ਜੀ। ਜਿਹੜਾ ਉਹ ਸੀ ਅਬਦੁਲ ਹਮੀਦ ਉਹਦਾ ਨਾਂ ਸੀ, ਉਹਨੂੰ ਇੱਕ ਸਰਟੀਫਿਕੇਟ ਦਿੱਤਾ ਸੀ ਕਿ ਇਸ ਬੰਦੇ ਨੇ ਬਹੁਤ ਵਧੀਆ ਕੀਤਾ, ਸਿਕਿਉਰਿਟੀ ਵਾਲਿਆਂ ਨੇ ਜਿਹੜਾ ਕੰਮ ਕਰਨਾ ਸੀ ਨੇ ਉਹ ਕੀਤਾ ਹੈ। ਔਰ ਉਹਦੇ ਤੇ ਉਹ ਬੰਦਾ, ਉਹਦਾ ਮੁੰਡਾ ਜਿਹੜਾ ਮਾਰਿਆ ਗਿਆ ਜੀ। ਹੁਣ ਉਹਦੇ ਮੁੰਡੇ ਨੂੰ ਤਾਂ ਕਿਹਾ ਵੀ ਇਹ ਪਾਕਿਸਤਾਨੀ ਜਿਹੜਾ ਅੱਤਵਾਦੀ ਸੀ ਹੈਦਰ, ਉਹਦਾ ਸਹਿਯੋਗੀ ਸੀ, ਲੇਕਿਨ ਉਹਦਾ ਬਾਪ ਕਹਿ ਰਿਹਾ ਹੈ ਕਿ ਮੇਰਾ ਬੇਟਾ ਮੁਹੰਮਦ ਆਮਿਰ ਜੀ, ਇਹ ਜਿਹੜਾ ਹੈਗਾ ਅੱਤਵਾਦੀ ਨਹੀਂ, ਇਹ ਇੱਕ ਮਜ਼ਦੂਰ ਸੀ, ਇਹਨੂੰ ਫੜ ਕੇ ਐਵੇਂ ਮਾਰਦਾ। ਇਵੇਂ ਜਿਵੇਂ ਜਿਹੜੇ 2 ਬੰਦੇ ਮਾਰੇ ਗਏ, ਉਹਨਾਂ ਦੇ ਵਿੱਚੋਂ ਇੱਕ ਅਲਤਾਫ ਭੱਟ ਹੈ ਜੀ। ਅਲਤਾਫ ਭੱਟ ਦਾ ਭਰਾ ਹੈਗਾ ਅਬਦੁਲ ਮਜੀਦ, ਤੇ ਉਹ ਅਬਦੁਲ ਮਜੀਦ ਜਿਹੜਾ ਦਾ ਕਹਿਣਾ ਹੈ ਕਿ ਜੀ ਇਹ ਜਿਹੜਾ ਹੈਗਾ ਮੇਰੇ ਭਰਾ ਨੂੰ ਜੀ ਜੇ ਗੁਨਾਹਗਾਰ ਕੋਈ ਸਾਬਤ ਕਰ ਦੇਵੇ ਤੇ ਮੈਨੂੰ ਵੀ ਕਹਿੰਦੇ ਜਿਹੜਾ ਸਿਟੀ ਸੈਂਟਰ ਹੈ ਜਨਤਕ ਤੌਰ ਤੇ ਉੱਥੇ ਫਾਹੇ ਲਾ ਦਿਓ, ਮੈਂ ਫਾਹੇ ਲੱਗਣ ਨੂੰ ਵੀ ਤਿਆਰ ਹਾਂ, ਮੇਰੇ ਭਰਾ ਦਾ ਗੁਨਾਹ ਹੋਵੇ। ਦੂਜਾ ਜਿਹੜਾ ਹੈਗਾ ਉਹਦਾ ਨਾਂ ਹੈ ਜੀ ਮੁਦੱਸਰ ਗੁਲ ਜੀ, ਉਹਦੀ ਗੁਲਾਮ ਮੁਦੱਸਰ ਦੀ ਵਾਈਫ ਹੈ ਸੁਮੈਰਾ ਮੁਦੱਸਰ ਜੀ। ਉਹਨੇ ਕਿਹਾ ਵੀ ਮੇਰਾ ਪਤੀ ਬੇਗੁਨਾਹ ਸੀ, ਇਹਨੂੰ ਮਾਰਤਾ ਤੇ ਇਹਨੂੰ ਨਿਆਂ ਨਹੀਂ ਮਿਲਿਆ। ਹੁਣ ਇਹਨਾਂ ਦੋਨਾਂ ਪਰਿਵਾਰਾਂ ਨੇ ਮਿਲ ਕੇ ਕੱਲ ਮੁਜ਼ਾਹਰਾ ਕੀਤਾ। ਅੱਛਾ ਜੀ। ਮੁਜ਼ਾਹਰਾ ਕਿੱਥੇ ਕੀਤਾ ਜੀ? ਜਿੱਥੇ ਪ੍ਰੈਸ ਐਨਕਲੇਵ ਹੈ, ਓਕੇ, ਉਹਦੇ ਸਾਹਮਣੇ ਮੁਜ਼ਾਹਰਾ ਕੀਤੇ। ਔਰ ਜਿਹੜੇ ਆਪਣੇ ਡਾਕਟਰ ਫਾਰੂਕ ਅਬਦੁੱਲਾ ਸਾਬਕਾ ਮੁੱਖ ਮੰਤਰੀ,
ਉਹਨਾਂ ਨੇ ਗਵਰਨਰ ਤੋਂ ਮੰਗ ਕੀਤੀ ਹੈ ਕਿ ਇੱਕ ਤਾਂ ਇਹਨਾਂ ਦੀਆਂ ਲਾਸ਼ਾਂ ਇਹਨਾਂ ਦੇ ਪਰਿਵਾਰਾਂ ਨੂੰ ਦਵਾਈਆਂ ਜਾਣ, ਪਰ ਉਹਨਾਂ ਦਾ ਇਹ ਕਹਿਣਾ ਦੂਜੇ ਪਾਸੇ ਪ੍ਰਸ਼ਾਸਨ ਦਾ ਕਿ ਅਸੀਂ ਉਹ ਲਾਸ਼ਾਂ ਦਫਨਾ ਦਿੱਤੀਆਂ ਜੀ। ਤੇ ਨਾਲ ਹੀ ਮਹਿਬੂਬਾ ਮੁਫਤੀ ਨੇ ਵੀ ਕੱਲ ਪ੍ਰੋਟੈਸਟ ਕੀਤਾ ਮਹਿਬੂਬਾ ਮੁਫਤੀ ਨੇ ਬਹੁਤ ਵੱਡੀ ਗੱਲ ਕਹਿਤੀ ਜੀ। ਮਹਿਬੂਬਾ ਮੁਫਤੀ ਨੇ ਕਹਿਤਾ ਕਿ ਜਿਹੜਾ ਦੇਸ਼ ਗਾਂਧੀ ਦਾ ਅੰਬੇਦਕਰ ਦਾ ਤੇ ਨਹਿਰੂ ਦਾ ਸੀ ਜੀ, ਬੀਜੇਪੀ ਜਿਹੜੀ ਹੈਗੀ ਹੈ ਉਹ ਉਸ ਦੇਸ਼ ਨੂੰ ਜਿਹੜੀ ਹੈਗੀ ਹੈ ਉਹ ਇੱਕ ਜਿਹੜੇ ਗੁਨਾਹਗਾਰਾਂ ਦੇ ਦੇਸ਼ ਦੇ ਵਿੱਚ ਤਬਦੀਲ ਕਰ ਰਹੀ ਹੈ ਜੀ। ਇੱਕ ਮਤਲਬ ਜਿਹੜਾ ਇਸ ਕਿਸਮ ਦੇ ਬੱਜਰ ਅਪਰਾਧ ਹੈ ਉਹਦੇ ਵਿੱਚ ਤਬਦੀਲ ਕਰ ਰਹੀ ਹੈ। ਬੀਜੇਪੀ ਨੇ ਮਤਲਬ ਉਹਨੂੰ ਜਿਹੜੇ ਸਕੀਰਨ ਸੋਚ ਦੇ ਲੋਕ ਹੈ ਉਹਦੇ 'ਚ ਉਹ ਤਬਦੀਲ ਕਰ ਰਹੀ ਹੈ। ਸੋ ਕੁੱਲ ਮਿਲਾ ਕੇ ਆਪਾਂ ਦੇਖੀਏ ਇਹ ਕਿਹਾ ਜਾਂਦਾ ਕਿ ਉੱਥੇ ਬੜਾ ਕੁਝ ਹੋ ਰਿਹਾ ਜੀ, ਠੀਕ ਹੋ ਰਿਹਾ, ਪਰ ਠੀਕ ਨਹੀਂ ਹੋ ਰਿਹਾ। ਜੰਮੂ ਕਸ਼ਮੀਰ ਦੀ ਹਾਲਤ ਬਹੁਤ ਮਾੜੀ ਹੈ। ਲੋਕਾਂ ਨੂੰ ਮਤਲਬ ਉੱਥੇ ਇੱਕ ਤਰ੍ਹਾਂ ਦਾ ਦੇਖੋ ਜੇਲ੍ਹ ਹੈ ਕਹਿਣ ਤੋਂ ਬਾਅਦ ਵੀ ਨਾ ਤਾਂ ਉਹਨਾਂ ਦਾ ਇੰਟਰਨੈਟ ਪੂਰਾ ਖੁੱਲਿਆ ਗਿਆ, ਨਾ ਕੋਈ ਆਪਾਂ ਨੂੰ ਖਬਰ ਆ ਰਹੀ ਹੈ, ਨਾ ਉਹਨਾਂ ਦੇ ਸਟੇਟਸ ਅਪਡੇਟ ਆ ਰਹੇ, ਤਾਂ ਇੱਧਰੋਂ ਉੱਧਰੋਂ ਘੁੰਮ ਘਮਾ ਕੇ ਆ ਜਾਂਦੀਆਂ ਤੇ ਗੱਲ ਹੋ ਜਾਂਦੀ। ਬਿਲਕੁਲ ਜੀ, ਬਿਲਕੁਲ। ਪੜ੍ਹਾਈ ਬੜੀ ਪ੍ਰਭਾਵਿਤ ਹੋ ਰਹੀ ਹੈ, ਸਭ ਕੁਝ ਦਹਿਸ਼ਤ ਦਾ ਮਾਹੌਲ ਹੈ। ਹਾਂਜੀ, ਸਭ ਕੁਝ ਪ੍ਰਭਾਵਿਤ ਹੋ ਰਿਹਾ। ਸੋ ਧੰਨਵਾਦ ਜੀ ਢਿੱਲੋਂ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਬਾਦਸਤੂਰ ਜਾਰੀ ਰਹਿਣਗੇ। ਸੋ ਫਿਲਹਾਲ ਇੱਕ ਬ੍ਰੇਕ ਤੋਂ ਬਾਅਦ ਫਿਰ ਮਿਲਦੇ।